ਰਾਮ ਸਰੂਪ ਪਣਖੀ ਦਾ ਨਾਵਲ ਹੈ ਪਿੰਡ ਦੀ ਮਿੱਟੀ। ਅੰਗ 8ਵਾਂ। ਗੋਗਾ ਉਰਫ ਚਰਨਜੀਤ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ। ਉਹਨੇ 10ਵੀਂ 'ਚੋਂ 80% ਅੰਕ ਪ੍ਰਾਪਤ ਕੀਤੇ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ 'ਚ ਉਹਦਾ ਨਾਂ ਆਇਆ। ਉਹ ਜ਼ਿਲ੍ਹੇ 'ਚ ਫਸਟ ਸੀ। ਅਖਬਾਰਾਂ 'ਚ ਉਹਦੀਆਂ ਫੋਟੋਆਂ ਛਪੀਆਂ। ਉਹਦੇ ਨਾਂ ਨਾਲ ਜਿੱਥੇ ਅਕਾਲਗੜ੍ਹ ਦੇ ਸਕੂਲ ਦੀ ਮਸ਼ਹੂਰੀ ਸੀ, ਉੱਥੇ ਉਹਨਾਂ ਦੇ ਜੱਦੀ ਪਿੰਡ ਦੌਲਤਪੁਰ ਦਾ ਨਾਂ ਵੀ ਬੋਲਦਾ ਸੀ। ਪਿੰਡ ਦੇ ਲੋਕ ਗੱਲਾਂ ਕਰਦੇ, ਕੌਣ ਹੈ ਬਈ ਆਪਣੇ ਪਿੰਡ ਦਾ ਇਹ ਮੁੰਡਾ ਜਿਹਨੇ ਐਡੀ ਵੱਡੀ ਮੱਲ ਮਾਰੀ ਹੈ। ਖੋਜੀਆਂ ਨੇ ਖੋਜ ਕੱਢੀ, ਇਹ ਬਖਤੌਰੀ ਕੇ ਲਾਣੇ 'ਚੋਂ ਹੈ, ਬਾਣੀਆਂ ਦਾ ਮੁੰਡਾ। ਧੌਂਕਲ ਦਾ ਦੇਸ ਰਾਜ ਨਹੀਂ ਗੋਗਾ, ਉਹਦਾ ਪੁੱਤ ਹੈ ਇਹ, ਉਹਦੇ ਮੁੰਡੇ ਤਰਸੇਮ ਦਾ ਮੁੰਡਾ। ਖੈਰ, ਅਖਬਾਰ ਦੀ ਖਬਰ ਦੀ ਜ਼ਿੰਦਗੀ ਤਾਂ ਇੱਕ ਦਿਨ ਦੀ ਹੁੰਦੀ ਹੈ, ਇੱਕ ਦਿਨ ਵੀ ਨਹੀਂ। ਦੁਪਹਿਰ ਤੋਂ ਬਾਅਦ ਹਰ ਅਖਬਾਰ ਬੇਹੀ ਹੋ ਜਾਂਦੀ ਹੈ। ਫਿਰ ਵੀ ਦੌਲਤਪੁਰ ਪਿੰਡ ਦਾ ਨਾਂ ਹੀ ਉੱਚਾ ਹੋਇਆ ਸੀ। ਨਹੀਂ ਤਾਂ ਪਹਿਲਾਂ ਕਦੇ ਕਦੇ ਆਇਆ ਸੀ ਇਸ ਪਿੰਡ ਦਾ ਕੋਈ ਮੁੰਡਾ 10ਵੀਂ ਜਮਾਤ 'ਚ ਇੰਨੇ ਨੰਬਰ ਲੈਣ ਵਾਲਾ। ਅਕਾਲਗੜ੍ਹ ਦੀ ਇਹ ਆਮ ਖਬਰ ਸੀ। ਗੋਗੇ ਨੂੰ +2 'ਚ ਦਾਖਲ ਕਰਾਉਣ ਤੋਂ ਪਹਿਲਾਂ ਘਰ 'ਚ ਬਹਿਸ ਜਾਰੀ ਸੀ ਕਿ ਉਹਨੂੰ ਡਾਕਟਰ ਬਣਾਇਆ ਜਾਏ ਜਾਂ ਇੰਜੀਨੀਅਰ। ਤਰਸੇਮ ਤੇ ਸੋਮੀ ਉਹਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਤਾਂ ਕਿ ਉਹ ਵੱਧ ਤੋਂ ਵੱਧ ਪੈਸੇ ਕਮਾ ਸਕੇ, ਤੇ ਡਾਕਟਰ ਦੀ ਕਮਾਈ ਗੁਪਤ ਕਮਾਈ ਹੁੰਦੀ ਹੈ। ਮਰੀਜ਼ ਤੋਂ ਕਿੰਨਾ ਵੱਧ ਮੰਗ ਲਵੇ, ਅਗਲੇ ਨੂੰ ਦੇਣਾ ਹੀ ਪੈਂਦਾ ਹੈ। ਮਰੀਜ਼ ਰਾਜ਼ੀ ਹੋ ਕੇ ਘਰ ਨੂੰ ਜਾਵੇ ਜਾਂ ਹਸਪਤਾਲ 'ਚ ਮਰ ਜਾਵੇ, ਉਸ ਗੱਲ ਦਾ ਡਾਕਟਰ 'ਤੇ ਕੋਈ ਅਸਰ ਨਹੀਂ। ਉਹਨੇ ਆਪਣਾ ਬਿੱਲ ਲੈ ਲਿਆ ਹੁੰਦਾ। ਡਾਕਟਰੀ ਦੇ ਪੇਸ਼ੇ 'ਚ ਘੱਟ ਭਾਅ ਕਰਨ ਦਾ ਕੋਈ ਰਿਵਾਜ ਨਹੀਂ। ਡਾਕਟਰ ਜਿੰਨੇ ਮੰਗੇ ਦੇਣੇ ਪੈਂਦੇ ਆ, ਤੇ ਮਰੀਜ਼ ਇਹ ਨਹੀਂ ਕਹਿ ਸਕਦਾ ਕਿ ਕੁਝ ਘੱਟ ਕਰ ਦਿਓ ਜੀ। ਡਾਕਟਰਾਂ ਦੀ ਅੰਨੀ ਕਮਾਈ। ਤਰਸੇਮ ਤੇ ਸੋਮੀ ਇਸ ਅੰਨੀ ਕਮਾਈ ਦੇ ਹੱਕ 'ਚ ਸਨ। ਪਰ ਦੇਸ ਰਾਜ ਵੱਖਰਾ ਸੋਚਦਾ। ਉਹ ਨਾਮਾਜ਼ਾਦੀ ਦਾ ਭੁੱਖਾ ਸੀ। ਉਹ ਸੋਚਦਾ ਉਹਦਾ ਪੋਤਾ ਦੁਨੀਆ 'ਚ ਨਾਂ ਕਮਾਏ ਤਾਂ ਕਿ ਬਖਤੌਰੀ ਅਲ ਦਾ ਖਾਨਦਾਨ ਦੁਬਾਰਾ ਚਮਕਣ ਲੱਗੇ। ਗੋਗਾ ਜੇ ਇੰਜੀਨੀਅਰ ਬਣ ਜਾਏ ਤਾਂ ਦੇਸ਼ ਨਿਰਮਾਣ ਦੇ ਕੰਮ ਕਰੇਗਾ। ਇਹਦੇ ਨਾਲ ਚਰਨਜੀਤ ਦਾ ਨਾਂ ਹੀ ਨਹੀਂ, ਉਹਨਾਂ ਦੇ ਖਾਨਦਾਨ ਦਾ ਵੀ ਨਾਂ ਉੱਚਾ ਹੋਏਗਾ। ਸੁਮਨ ਕਾਂਤਾ ਦੇ ਵਿਚਾਰ ਘਰ ਵਿੱਚ ਬੜੀ ਸ਼ਾਂਤੀ ਤੇ ਤਸੱਲੀ ਨਾਲ ਸੁਣੇ ਗਏ। ਉਹ ਆਖ ਰਹੀ ਸੀ, ਗੋਗਾ ਜੇ PCS ਕਰੇ ਤਾਂ ਜੱਜ ਬਣ ਸਕਦਾ ਹੈ। ਜੱਜ ਬਣਨ ਨਾਲ ਸਭ ਤੋਂ ਵੱਡੀ ਨੇਕਨਾਮੀ ਹੈ। ਘਰ 2 ਹਿੱਸਿਆਂ 'ਚ ਵੰਡਿਆ ਗਿਆ। ਤਰਸੇਮ ਤੇ ਸੋਮੀ ਗੋਗੇ ਦੀ ਕਮਾਈ ਵੱਲ ਝਾਕਦੇ ਤੇ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੇ ਵਸੀਲੇ ਲੱਭ ਰਹੇ ਸਨ, ਜਦਕਿ ਦੇਸ ਰਾਜ ਨੇਕਨਾਮੀ ਚਾਹੁੰਦਾ ਸੀ, ਗੋਗਾ ਖਾਨਦਾਨ ਦਾ ਨਾਂ ਉੱਚਾ ਕਰੇ। ਪੈਸਾ ਕੀ ਚੀਜ਼ ਹੈ? ਪੈਸਾ ਤਾਂ ਨੇਕਨਾਮੀ ਨਾਲ ਤੁਰਦਾ ਰਹਿੰਦਾ। ਨੇਕਨਾਮੀ ਹੈ ਤਾਂ ਪੈਸਾ ਵੀ ਹੈ। ਅਖੀਰ ਗੋਗੇ ਨੂੰ +2 'ਚ ਮੈਡੀਕਲ ਗਰੁੱਪ ਦਿਵਾ ਦਿੱਤਾ ਗਿਆ। ਇਸ ਵਿੱਚ ਉਹਦੀ ਰੁਚੀ ਵੀ ਸੀ। ਅੰਗ 9ਵਾਂ। ਦੇਸ ਰਾਜ ਜਦੋਂ ਦੌਲਤਪੁਰ ਛੱਡ ਕੇ ਅਕਾਲਗੜ੍ਹ ਆਇਆ ਤਾਂ ਉਹਨੂੰ ਬੜਾ ਔਖਾ ਲੱਗ ਰਿਹਾ ਸੀ। ਉਹਨੂੰ ਪਿੰਡ ਦੇ ਲੋਕ ਯਾਦ ਆਉਂਦੇ, ਇੱਥੋਂ ਤੱਕ ਕਿ ਪਿੰਡ ਦੇ ਪਹਿਆਂ ਉੱਤੇ ਖੜੀਆਂ ਕਿੱਕਰਾਂ ਬੇਰੀਆਂ ਵੀ ਉਹਦੇ ਸੁਪਨਿਆਂ 'ਚ ਉਤਰ ਆਉਂਦੀਆਂ। ਉਹਨਾਂ ਦੀ ਛਾਂ ਉਹਨੂੰ ਆਪਣੇ ਵੱਲ ਖਿੱਚਾਂ ਪਾਉਂਦੀ। ਸ਼ਹਿਰ ਦੇ ਲੋਕ ਓਪਰੇ ਲੱਗਦੇ, ਜਿਵੇਂ ਉਹ ਬਗਾਨੇ ਦੇਸ਼ 'ਚ ਆ ਵੜਿਆ ਹੋਵੇ। ਚਾਹੇ ਪਿੰਡ ਦੇ ਲੋਕ ਉਹਨੂੰ ਸਦਰ ਬਾਜ਼ਾਰ 'ਚ ਜਾਂ ਪੁਰਾਣੇ ਬੱਸ ਅੱਡੇ 'ਤੇ ਮਿਲਦੇ ਰਹਿੰਦੇ, ਪਰ ਉਹ ਆਪਣੇ ਆਪ ਨੂੰ ਪਰਾਇਆ ਜਿਹਾ ਸਮਝਦਾ। ਪਿੰਡ ਦੇ ਲੋਕ ਜਿਵੇਂ ਪਿਛਲੇ ਜਨਮ ਦੇ ਬੰਦੇ ਹੋਣ, ਉਹਦੇ ਨਾਲ ਆਪਣੀਆਂ ਜਿਹੀਆਂ ਗੱਲਾਂ ਕਰਦੇ ਵੀ ਬਗਾਨੇ ਭਾਸਦੇ। ਕਦੇ ਲੱਗਦਾ ਇਹੀ ਲੋਕ ਉਹਦੇ ਆਪਣੇ ਸੀ। ਅਕਾਲਗੜ੍ਹ ਤਾਂ ਬਗਾਨਾ ਦੇਸ਼ ਹੈ। ਪਰ ਹੌਲੀ ਹੌਲੀ ਦੇਸ ਰਾਜ ਦਾ ਜੀ ਲੱਗਣ ਲੱਗਿਆ। ਸਵੇਰੇ ਦੁਕਾਨ 'ਤੇ ਜਾਣ ਲਈ ਤਿਆਰ ਹੁੰਦੇ ਤਾਂ ਸਮਾਂ ਨਿਕਲ ਜਾਂਦਾ। ਉਹਨੂੰ ਛੇਤੀ ਦੁਕਾਨ 'ਤੇ ਸਭ ਤੋਂ ਪਹਿਲਾਂ ਜਾਣ ਦੀ ਕਾਹਲ ਹੁੰਦੀ। ਸਾਰੀਆਂ ਦੁਕਾਨਾਂ ਖੁੱਲ੍ਹ ਜਾਂਦੀਆਂ ਤਾਂ ਗਾਹਕ ਆਉਣੇ ਸ਼ੁਰੂ ਹੋ ਜਾਂਦੇ। ਦਿਨ ਢਲਣ ਤੱਕ ਉਹਨੂੰ ਆਪਣੀ ਸੁਰਤ ਨਹੀਂ ਰਹਿੰਦੀ ਸੀ। ਪਿੰਡ ਦੀ ਯਾਦ ਕਿੱਥੋਂ ਆਉਂਦੀ? ਗਾਹਕ ਫਟਾਫਟ ਭੁਗਤਾਉਣੇ ਪੈਂਦੇ। ਵੱਡਾ ਸੇਠ ਮੂੰਹੋਂ ਬੋਲਿਆ ਨਹੀਂ ਤੇ ਉਹੀ ਚੀਜ਼ ਛੇਤੀ ਲਿਆ ਕੇ ਸਾਹਮਣੇ ਧਰਨੀ ਪੈਂਦੀ। ਟਾਹਲੀ ਵਾਲੀ ਦੁਕਾਨ ਦੇ ਨੌਕਰ ਸਾਰਾ ਦਿਨ ਭੰਬੀਰੀਆਂ ਵਾਂਗ ਘੁੰਮਦੇ ਸਨ। ਦੁਪਹਿਰ ਦੀ ਰੋਟੀ ਨਹੀਂ ਖਾਧੀ ਜਾਂਦੀ ਸੀ। ਕਿੱਥੇ ਸੀ ਟਾਈਮ ਦੁਪਹਿਰ ਦੀ ਰੋਟੀ ਖਾਣ ਦਾ? ਗਾਹਕ ਤਾਂ ਹਰ ਵੇਲੇ ਖੜੇ ਰਹਿੰਦੇ ਤੇ ਆਪਣੀ ਵਾਰੀ ਉਡੀਕਦੇ। ਵੱਡੇ ਸੇਠ ਦਾ ਹੁਕਮ ਸੀ, ਦੁਕਾਨ 'ਤੇ ਆਉਣ ਤੋਂ ਪਹਿਲਾਂ ਆਪਣੇ ਘਰੋਂ ਹੀ ਖਾ ਪੀ ਕੇ ਆਓ। ਵਿੱਚ ਦੀ ਕਦੀ ਥੋੜ੍ਹੀ ਜਿੰਨੀ ਵੇਲ ਮਿਲਦੀ ਤਾਂ ਸਭ ਚਾਹ ਪੀ ਲੈਂਦੇ। ਚਾਹ ਦੁਕਾਨ ਦੇ ਅੰਦਰੋਂ ਹੀ ਬਣ ਕੇ ਆਉਂਦੀ। ਦੁਕਾਨ ਵਧਾਉਣ ਤੋਂ ਬਾਅਦ ਸਾਰੇ ਆਪਣੇ ਘਰ ਜਾ ਕੇ ਰੋਟੀ ਖਾਂਦੇ। ਵੱਡਾ ਸੇਠ ਨੌਰੀਆ ਰਾਮ ਆਪਣੇ ਨੌਕਰਾਂ ਦੀ ਵੇਲੇ ਸਿਰ ਘਰੇਲੂ ਮਦਦ ਵੀ ਕਰਦਾ। ਕਿਸੇ ਦੀ ਭੈਣ ਦਾ ਵਿਆਹ ਹੁੰਦਾ ਜਾਂ ਧੀ ਦਾ ਵਿਆਹ ਹੁੰਦਾ, ਉਹ ਦਾਜ 'ਚ ਆਪਣੇ ਵੱਲੋਂ 2-3 ਮਹਿੰਗੀਆਂ ਚੀਜ਼ਾਂ ਲੈ ਕੇ ਦਿੰਦਾ। ਅਜਿਹਾ ਕਰਨ ਨਾਲ ਉਹਨੂੰ ਮਾਨਸਿਕ ਤੇ ਧਾਰਮਿਕ ਸੰਤੋਸ਼ ਮਿਲਦਾ ਸੀ। ਇਹ ਪੁੰਨ ਦਾ ਕੰਮ ਸੀ। ਦੇਸ ਰਾਜ ਦਾ ਜਦੋਂ ਵਿਆਹ ਹੋਇਆ, ਉਦੋਂ ਉਸ ਸਮੇਂ ਉਹਦੀ ਟਾਹਲੀ ਵਾਲੀ ਦੁਕਾਨ ਛੱਡ ਆਇਆ ਸੀ ਤੇ ਪੁਰਾਣੇ ਬੱਸ ਅੱਡੇ 'ਚ ਆਪਣੀ ਦੁਕਾਨ ਸੀ। ਫਿਰ ਵੀ ਨੌਰੀਆ ਰਾਮ ਉਹਦੇ ਲਈ ਕੁੜਤੇ ਪਜਾਮੇ ਦਾ ਵਧੀਆ ਤੇ ਮਹਿੰਗਾ ਕੱਪੜਾ
ਉਹਦੀ ਹੋਣ ਵਾਲੀ ਵਹੁਟੀ ਲਈ 2 ਸੂਟ ਨਵੇਂ ਫੈਸ਼ਨ ਦੇ ਕੇ ਗਿਆ। 2000 ਨਗਦ ਰੁਪਏ ਵੀ ਦੇ ਗਿਆ ਸੀ। ਵਿਆਹ ਤੋਂ ਬਾਅਦ ਮੁੰਡੇ ਬਹੂ ਤੇ ਉਹਨਾਂ ਦੀ ਮਾਂ ਨੂੰ ਆਪਣੇ ਘਰ ਬੁਲਾ ਕੇ ਰੋਟੀ ਕੀਤੀ। ਸੇਠ ਦੀ ਬੁੱਢੀ ਘਰਵਾਲੀ ਨੇ ਬਹੂ ਨੂੰ ਫੇਰ ਸੂਟ ਦਿੱਤਾ। ਬਹੂ ਨੂੰ ਆਪਣੀ ਹਿੱਕ ਨਾਲ ਲਾਇਆ। ਦੇਸਰਾਜ ਨੂੰ ਅਸੀਸਾਂ ਦੇ ਰਹੀ ਸੀ ਤੇ ਦੇਸਰਾਜ ਦੀ ਮਾਂ ਨੂੰ ਲੱਖ ਲੱਖ ਵਧਾਈਆਂ ਆਖ ਰਹੀ ਸੀ। ਮੈਂ ਭਾਈ ਇਹਨਾਂ ਤੋਂ ਸਭ ਸੁਣਿਆ ਹੋਇਆ ਦੇਸਰਾਜ ਦਾ। ਬੜਾ ਲਾਇਕ ਪੁੱਤਰ ਹੈ। ਤੇਰੇ ਸਿਰ ਦਾ ਸਾਈਂ ਨਹੀਂ ਸੀ ਉਦੋਂ ਇਹ ਸਾਰੀ ਚੰਦਰੀ ਹਵਾ ਵਗੀ ਹੋਈ ਸੀ। ਮੇਰਾ ਭਰਾ ਤਾਂ ਆਪ ਮਾਰਿਆ ਗਿਆ ਸੀ ਉਨੀ ਦਿਨੀ। ਪਰ ਚਲੋ ਸ਼ੁਕਰ ਹੈ ਦੇਸਰਾਜ ਵਿਆਹ ਲਿਆ ਤੂੰ। ਬਹੂ ਕੋਲ ਕੋਈ ਚੰਗੀ ਚੀਜ਼ ਆ ਗਈ। ਤੈਨੂੰ ਸਾਰੇ ਦੁੱਖ ਭੁੱਲ ਜਾਣਗੇ। ਸਭ ਰੰਗ ਭਾਗ ਲੱਗ ਜਾਣਗੇ। ਜੇ ਚੰਗੇ ਦਿਨ ਨਹੀਂ ਰਹੇ ਤਾਂ ਰਹਿੰਦੇ ਮਾੜੇ ਵੀ ਨਹੀਂ। ਦੇਸਰਾਜ ਦੀ ਮਾਂ ਬੋਲੀ, ਨਾ ਬੋਬੀ, ਹੋਇਆ ਸਭ ਤੁਹਾਡੇ ਪੈਰੋਂ। ਅਸੀਂ ਪਿੰਡ ਛੱਡ ਕੇ ਕਿਹੜੀ ਹਾਲਤ 'ਚ ਇੱਥੇ ਆਏ ਸੀ ਰੱਬ ਜਾਣਦਾ। ਲਾਲਾ ਜੀ ਨੇ ਇਹਨੂੰ ਆਉਂਦੇ ਨੂੰ ਹੀ ਟੁਕੜੇ ਪਾਤਾ। ਚੱਲ ਅਸੀਂ ਮਾਂ ਪੁੱਤ ਸਾਂਭੇ ਗਏ। ਇਹ ਸਭ ਤੁਹਾਡਾ ਹੀ ਪ੍ਰਤਾਪ ਹੈ, ਐਵੇਂ ਕਹਿ ਦਿਆਂ। ਦੇਸਰਾਜ ਸੋਚਦਾ, ਪੁਰਾਣੇ ਲੋਕ ਕਿੰਨੇ ਚੰਗੇ ਸੀ। ਉਹ ਰੱਬ ਦਾ ਰੂਪ ਸੀ। ਨੌਰੀਆ ਰਾਮ ਜਿਹੇ ਧਰਮਾਤਮਾ ਬੰਦੇ ਮੁੜ ਕੇ ਨਹੀਂ ਜੰਮਣੇ। ਕਿੰਨਾ ਦਰਿਆ ਦਿਲ ਸੀ ਨੌਰੀਆ ਰਾਮ ਦਾ। ਕਿੰਨਾ ਅੰਦਰੋਂ ਸੁੱਚਾ ਸੀ, ਸਭ ਦਾ ਖਿਆਲ ਰੱਖਦਾ। ਨੌਕਰਾਂ ਨੂੰ ਝਿੜਕਦਾ ਵੀ ਤੇ ਅੰਦਰੋਂ ਮੋਹ ਕਰਦਾ। ਵੇਲੇ ਕੁ ਵੇਲੇ ਹਰ ਇੱਕ ਦੇ ਕਿੰਨਾ ਕੰਮ ਆਉਂਦਾ ਸੀ। ਇਸ ਕਰਕੇ ਉਹਨੂੰ ਸਾਰੇ ਰੰਗ ਭਾਗ ਲੱਗੇ ਹੋਏ ਸਨ। ਉਹਨੇ ਆਪਣੇ ਦੋਵੇਂ ਮੁੰਡੇ ਪਹਿਲੇ ਦਿਨੋਂ ਦੁਕਾਨ ਤੇ ਨਹੀਂ ਬਿਠਾਏ। ਦੋਨਾਂ ਨੂੰ BA ਤੱਕ ਪੜ੍ਹਾਇਆ ਲਿਖਾਇਆ। ਉਹਨਾਂ ਲਈ ਕਈ ਵੱਡੇ ਹੋਰ ਕਾਰੋਬਾਰ ਦੀਆਂ ਵਿਉਂਤਾਂ ਬਣਾਉਂਦਾ। ਇੱਕ ਦਿਨ ਅਚਾਨਕ ਨੌਰੀਆ ਰਾਮ ਮਰ ਗਿਆ। ਟਾਹਲੀ ਵਾਲੀ ਦੁਕਾਨ ਉਹਦੇ ਭੋਗ ਤੱਕ ਬੰਦ ਰਹੀ ਤੇ ਫਿਰ ਬੰਦ ਹੀ ਰਹੀ। ਕਈ ਮਹੀਨੇ ਬੰਦ ਰਹੀ। ਦੇਸਰਾਜ ਦੀ ਸੁਰਤ ਪਛਾਂ ਪਰਤੀ ਤਾਂ ਉਹਨੇ ਦੇਖਿਆ ਟਾਹਲੀ ਜੋ ਕਦੇ ਕਿੰਨੀ ਹਰੀ ਭਰੀ ਸੀ ਸੁੱਕਣੀ ਸ਼ੁਰੂ ਹੋ ਗਈ। 1 ਸਾਲ ਨਵੇਂ ਪੱਤੇ ਆਏ ਹੀ ਨਹੀਂ, ਪੁਰਾਣੇ ਪੱਤੇ ਝੜਨ ਲੱਗੇ। ਫਿਰ ਇਹ ਖੜ ਸੋਕੜ ਟਾਹਲੀ ਕਈ ਵਰ੍ਹਿਆਂ ਤੱਕ ਉਵੇਂ ਦੀ ਉਵੇਂ ਖੜੀ ਰਹੀ। ਸੁੱਕੇ ਡਾਹਣੇ ਪੰਛੀਆਂ ਦੀਆਂ ਵਿੱਠਾਂ ਨਾਲ ਭਰੇ ਦਿਸਦੇ। ਟਾਹਲੀ ਜਿਵੇਂ ਨੌਰੀਆ ਰਾਮ ਦੇ ਦਮ ਦੇ ਨਾਲ ਹੀ ਹਰੀ ਭਰੀ ਸੀ ਤੇ ਉਹ ਨਾ ਰਿਹਾ ਤੇ ਟਾਹਲੀ ਵੀ ਦਮ ਤੋੜ ਗਈ। ਦੇਸਰਾਜ ਸੁੱਤੇ ਹੀ ਕਦੇ ਕਦੇ ਬਾਜ਼ਾਰ ਗੇੜਾ ਮਾਰਦਾ। ਇੱਕ ਦਿਨ ਉਹਨੇ ਦੇਖਿਆ ਰੇਲਵੇ ਸਟੇਸ਼ਨ ਤੋਂ ਪੁਲਿਸ ਥਾਣੇ ਤੱਕ ਸਦਰ ਬਾਜ਼ਾਰ ਦੇ ਦੋਵੇਂ ਪਾਸਿਆਂ ਦੇ ਫੁੱਟਪਾਥ ਪੁੱਟ ਦਿੱਤੇ ਗਏ ਹਨ। ਬਾਜ਼ਾਰ 'ਚ ਫੁੱਟਪਾਥਾਂ ਦੇ ਅੰਦਰ ਜਾਂ ਬਾਹਰ ਜਿੱਥੇ ਕਿਤੇ ਵੀ ਕੋਈ ਰੁੱਖ ਸੀ ਉਹ ਵੀ ਨਹੀਂ ਰਿਹਾ। ਨੌਰੀਆ ਰਾਮ ਦੀ ਦੁਕਾਨ ਅੱਗੇ ਜੋ ਖੜ ਸੋਕੜ ਟਾਹਲੀ ਖੜੀ ਸੀ ਪਤਾ ਨਹੀਂ ਕਿੱਧਰ ਗਈ। ਤੇ ਫਿਰ ਇੱਕ ਵੱਡੀ ਘਟਨਾ ਵਾਪਰੀ ਕਿ ਸਦਰ ਬਾਜ਼ਾਰ ਦੀ ਸੜਕ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਗਿਆ। ਵਿਚਕਾਰ ਦੀ ਜੰਗਲੇਦਾਰ 5 ਫੁੱਟ ਉੱਚੀ ਦੀਵਾਰ ਕੱਢਤੀ ਗਈ। ਸਾਰਾ ਸਦਰ ਬਾਜ਼ਾਰ ਧੁਰ ਤੋਂ ਧੁਰ ਤੱਕ 1 ਵੇ ਟ੍ਰੈਫਿਕ ਕਰ ਦਿੱਤਾ ਗਿਆ। ਦੁਕਾਨਾਂ ਵਾਲਿਆਂ ਨੇ ਪਹਿਲਾਂ ਇੱਕ ਤਿੱਖਾ ਅਤੇ ਸ਼ਾਂਤੀਪੂਰਨ ਘੋਲ ਲੜਿਆ ਸੀ ਕਿ ਸਦਰ ਬਾਜ਼ਾਰ ਨੂੰ 2 ਹਿੱਸਿਆਂ 'ਚ ਨਾ ਵੰਡਿਆ ਜਾਏ। ਅੱਧੀ ਸੜਕ ਰਹਿ ਜਾਣ ਨਾਲ ਉਹਨਾਂ ਦੀਆਂ ਦੁਕਾਨਾਂ ਸਾਹਮਣੇ ਥਾਂ ਬਹੁਤ ਘੱਟ ਰਹਿ ਜਾਏਗੀ। ਦੁਰਘਟਨਾਵਾਂ ਹੋਇਆ ਕਰਨਗੀਆਂ। ਪਿੰਡਾਂ ਤੋਂ ਆਈਆਂ ਊਠ ਗੱਡੀਆਂ ਕਿੱਥੇ ਖੜਿਆ ਕਰਨਗੀਆਂ। ਟਰੱਕਾਂ ਦੇ ਲੰਘਣ ਨੂੰ ਥਾਂ ਕਿੱਥੇ ਰਹਿ ਜਾਏਗੀ। ਗਾਹਕਾਂ ਲਈ ਬੜੀ ਮੁਸ਼ਕਿਲ ਖੜੀ ਹੋ ਜਾਏਗੀ। ਅਸਲ 'ਚ ਮੁਸ਼ਕਿਲ ਇਹ ਨਹੀਂ ਸੀ, ਮੁਸ਼ਕਿਲ ਤਾਂ ਦੁਕਾਨਦਾਰਾਂ ਨੂੰ ਪੇਸ਼ ਆਉਣੀ ਸੀ। ਪਹਿਲਾਂ ਤੋਂ ਆਪਣੀ ਦੁਕਾਨ ਦਾ ਸਮਾਨ ਦੁਕਾਨ ਤੋਂ ਬਾਹਰ ਰੱਖ ਕੇ ਅੱਧੀ ਸੜਕ ਉਂਝ ਹੀ ਰੋਕ ਲੈਂਦੇ ਸੀ। 1 ਵੇ ਬਣਨ ਨਾਲ ਉਹਨਾਂ ਨੂੰ ਆਪਣਾ ਸਮਾਨ ਆਪਣੀ ਦੁਕਾਨ ਦੇ ਅੰਦਰ ਕਰਨਾ ਪੈਂਦਾ। ਪਰ ਅਜਿਹਾ ਕਾਲਗੜ੍ਹ ਇਕੱਲੇ ਸ਼ਹਿਰ 'ਚ ਥੋੜ੍ਹਾ ਹੋ ਰਿਹਾ ਸੀ। ਸਾਰੇ ਪੰਜਾਬ 'ਚ ਹੀ ਭੀੜ ਵਾਲੇ ਬਾਜ਼ਾਰਾਂ ਨੂੰ 1 ਵੇ ਬਣਾਇਆ ਜਾਣ ਲੱਗਿਆ। ਜਿਉਂ-ਜਿਉਂ ਨਵੇਂ ਬੱਸ ਸਟੈਂਡ ਵਾਲੀ ਸੜਕ ਇੱਕ ਨਵੇਂ ਸਦਰ ਬਾਜ਼ਾਰ 'ਚ ਬਦਲਦੀ ਜਾ ਰਹੀ ਸੀ, ਤਿਉਂ-ਤਿਉਂ ਉੱਧਰ ਇਸ ਪੁਰਾਣੇ ਸਦਰ ਬਾਜ਼ਾਰ ਦਾ ਰੰਗ ਰੂਪ ਵੀ ਬਦਲਣ ਲੱਗ ਪਿਆ। 1 ਵੇ ਹੋਣ ਕਰਕੇ ਹੁਣ ਇਹ ਸਗੋਂ ਸੋਹਣਾ ਲੱਗਦਾ। ਦੁਕਾਨਾਂ ਅੱਗੇ ਦੂਰ ਤੱਕ ਧਰਿਆ ਸਮਾਨ ਦੁਕਾਨਾਂ ਦੇ ਅੰਦਰ ਚਲਾ ਗਿਆ। ਦੁਕਾਨ ਅੱਗੇ ਜੇ ਕੋਈ ਸਮਾਨ ਟਿਕਦਾ ਵੀ ਤਾਂ ਥੋੜ੍ਹੀ ਥਾਂ ਹੀ ਰੋਕਦਾ। ਪਰ ਪਹਿਲਾਂ ਵਾਲਾ ਬੁਰਾ ਹਾਲ ਨਹੀਂ ਰਹਿ ਗਿਆ ਸੀ। ਇੱਕ ਪਾਸੇ ਦੀ ਅੱਧੀ ਸੜਕ ਵੀ ਚੌੜੀ ਲੱਗਦੀ। ਕਿਸੇ ਪ੍ਰਕਾਰ ਦੀ ਦੁਰਘਟਨਾ ਟਲ ਗਈ ਸੀ। ਸਦਰ ਬਾਜ਼ਾਰ ਦੀ ਸ਼ਾਨ ਬਣਦੇ ਜਾ ਰਹੇ ਨਵੇਂ ਸ਼ੋਅਰੂਮ ਸਨ। ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪੁਰਾਣੀਆਂ ਦੁਕਾਨਾਂ ਢਾਹ ਕੇ ਨਵੇਂ ਸ਼ਾਨਦਾਰ ਸ਼ੋਅਰੂਮ ਉਸਾਰ ਲਏ। ਕਿਸੇ ਨੇ ਤਾਂ ਸਗੋਂ ਸ਼ੋਅਰੂਮਾਂ ਨੂੰ ਦੁਮੰਜ਼ਲਾ ਬਣਾ ਲਿਆ ਸੀ। ਹੇਠਾਂ ਉੱਤੇ ਦੁੱਗਣਾ ਸ਼ੋਅਰੂਮ ਠਾਠਾਂ ਮਾਰਦਾ। ਪਤਾ ਨਹੀਂ ਦੁਕਾਨਦਾਰਾਂ ਕੋਲ ਇੰਨਾ ਪੈਸਾ ਕਿੱਧਰੋਂ ਆ ਗਿਆ ਸੀ। ਕੋਈ ਸੋਚਦਾ ਤਾਂ ਹੈਰਾਨ ਰਹਿ ਜਾਂਦਾ ਕਿ ਇੱਕ ਦੁਮੰਜ਼ਲੇ ਸ਼ੋਅਰੂਮ ਵਾਲੀ ਜਗ੍ਹਾ ਕਦੇ ਇੱਕ ਲੰਮੀ ਜਿਹੀ ਦੁਕਾਨ ਹੁੰਦੀ ਸੀ ਜਿਸ 'ਚ ਇੰਨਾ ਸਮਾਨ ਨਹੀਂ ਹੁੰਦਾ ਸੀ। ਨੌਰੀਆ ਰਾਮ ਦੇ ਦੋਵੇਂ ਮੁੰਡਿਆਂ ਨੇ ਪੁਰਾਣੀ ਟਾਹਲੀ ਵਾਲੀ ਦੁਕਾਨ ਢਾਹ ਕੇ ਇਸ ਥਾਂ ਕੱਪੜੇ ਦਾ ਇੱਕ ਵੱਡਾ ਸ਼ੋਅਰੂਮ ਬਣਾ ਲਿਆ। ਸਗੋਂ ਦੁਮੰਜ਼ਲਾ ਸ਼ੋਅਰੂਮ ਜਿਸ 'ਚ ਉਤਲੀ ਮੰਜ਼ਿਲ ਦੀ ਗੱਦੀ ਇੱਕ ਮੁੰਡੇ ਕੋਲ ਸੀ, ਹੇਠਲੀ ਮੰਜ਼ਿਲ ਦੂਜੇ ਮੁੰਡੇ ਕੋਲ। ਸਵੇਰ ਤੋਂ ਸ਼ਾਮ ਤੱਕ ਗਾਹਕਾਂ ਦੀ ਪੂਰੀ ਭੀੜ ਰਹਿੰਦੀ। ਉਹਨਾਂ ਦੇ ਇਸ ਸ਼ੋਅਰੂਮ 'ਚ ਦੂਰ ਦੇ ਵੱਡੇ ਮਹਾਨਗਰਾਂ ਦਾ ਕੱਪੜਾ ਆਉਂਦਾ। ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਦੇ ਕੁੱਲ ਡਿਜ਼ਾਈਨ ਹੁੰਦੇ। ਪੈਸੇ ਵਾਲਾ ਅੰਦਰ ਵੜਿਆ, ਗਾਹਕ ਕੁਝ ਨਾ ਕੁਝ ਲੈ ਕੇ ਹੀ ਬਾਹਰ ਨਿਕਲਦਾ। ਦੇਸਰਾਜ ਕਦੇ 2-4 ਮਹੀਨਿਆਂ ਬਾਅਦ ਨੌਰੀਆ ਰਾਮ ਦੇ ਮੁੰਡਿਆਂ ਨੂੰ ਦੁਆ ਸਲਾਮ ਕਰਨ ਜਾਂਦਾ। ਉਹ ਦੋਵੇਂ ਉਹਨੂੰ ਚੰਗੀ ਤਰ੍ਹਾਂ ਜਾਣਦੇ ਸੀ। ਗਏ ਦਾ ਆਦਰ ਮਾਣ ਕਰਦੇ।
ਕੋਲ ਬਿਠਾ ਕੇ ਚਾਹ ਪਿਆਉਂਦੇ, ਉਹਦੇ ਪੁੱਤਰ ਤਰਸੇਮ ਦਾ ਹਾਲ ਚਾਲ ਪੁੱਛਦੇ। ਅੰਗ 10ਵਾਂ। ਤਰਸੇਮ ਤੇ ਉਹਦੀ ਪਤਨੀ ਸੁਮਨ ਕਾਂਤਾ ਨੂੰ ਪਿੰਡ ਦੌਲਤ ਰਾਮ ਨਾਲ ਕੋਈ ਲਗਾਅ ਨਹੀਂ ਸੀ। ਤਰਸੇਮ ਤਾਂ ਜੰਮਿਆ ਪਲਿਆ ਹੀ ਅਕਾਲਗੜ੍ਹ 'ਚ ਸੀ। ਦੌਲਤ ਰਾਮ ਨਾਲ ਉਹਦੀ ਕੀ ਸਾਂਝ ਸੀ? ਉੱਥੇ ਜੇ ਉਹਨਾਂ ਦੀ ਜ਼ਮੀਨ ਸੀ ਤਾਂ ਉਹਦਾ ਸਬੰਧ ਉਹਦੇ ਬਾਪ ਦੇਸਰਾਜ ਨਾਲ ਸੀ। ਦੇਸਰਾਜ ਹੀ ਉਸ ਜ਼ਮੀਨ ਦਾ ਠੇਕਾ ਲੈ ਕੇ ਆਉਂਦਾ ਤੇ ਪੈਸੇ ਲਿਆ ਕੇ ਬੈਂਕ 'ਚ ਆਪਣੇ ਨਾਂ ਜਮ੍ਹਾਂ ਕਰਵਾ ਦਿੰਦਾ। ਦੇਸਰਾਜ ਦੇ ਕਹੇ ਤੋਂ ਹੀ ਸਾਰਾ ਟੱਬਰ ਦੀਵਾਲੀ ਵਾਲੇ ਦਿਨ ਦੌਲਤਪੁਰ ਵਡੇਰਿਆਂ ਦੀ ਮਿੱਟੀ ਕੱਢਣ ਜਾਂਦਾ। ਅਸਲ 'ਚ ਦੇਸਰਾਜ ਨੂੰ ਆਪਣੀ ਜਨਮ ਭੂਮੀ ਪਿੰਡ ਦੌਲਤ ਰਾਮ ਨਾਲ ਅੰਦਰੋਂ ਮੋਹ ਸੀ। ਉਹ ਚਾਹੁੰਦਾ ਸੀ ਉਹਦੇ ਨੂੰਹ ਪੁੱਤ, ਸਗੋਂ ਉਹਦਾ ਪੋਤਾ ਵੀ ਪਿੰਡ ਦੌਲਤ ਰਾਮ ਨਾਲ ਉਹਦੇ ਵਾਂਗ ਹੀ ਜੁੜੇ ਰਹਿਣ। ਇਸੇ ਕਰਕੇ ਉਹ ਸਾਰੇ ਟੱਬਰ ਨੂੰ ਦੀਵਾਲੀ ਵਾਲੇ ਦਿਨ ਪਿੰਡ ਲੈ ਕੇ ਜਾਂਦਾ। ਬਾਬੇ ਦੀ ਮੱਟੀ ਤੇ ਜਾ ਕੇ ਉਹ ਮਿੱਟੀ ਕੱਢਦੇ, ਢੇਰੀਆਂ ਉੱਤੇ ਪਾਣੀ ਛਿੜਕ ਕੇ ਉੱਤੇ ਕਣਕ ਦੇ ਦਾਣੇ ਧਰ ਕੇ ਮੱਥਾ ਟੇਕਦੇ। ਦੇਸਰਾਜ ਹਰ ਇੱਕ ਨੂੰ ਅਜਿਹਾ ਕਰਨ ਲਈ ਆਖਦਾ ਤੇ ਦੇਖ ਦੇਖ ਪ੍ਰਸੰਨ ਹੁੰਦਾ। ਜਿਵੇਂ ਉਹ ਕਹੀ ਜਾਂਦਾ ਸਾਰਾ ਟੱਬਰ ਕਰੀ ਜਾਂਦਾ। ਗੋਗੇ ਲਈ ਇੱਕ ਅਚੰਭਾ ਜਿਹਾ ਸੀ। ਬਾਅਦ 'ਚ ਉਹ ਆਪਣੇ ਪ੍ਰੋਤਾਂ ਦੇ ਘਰ ਜਾਂਦੇ ਸਨ। ਪੰਡਤਾਣੀ ਨੂੰ ਨਵਾਂ ਸੂਟ ਦੇ ਕੇ ਆਉਂਦੇ। ਪੰਡਤ ਨੂੰ ਕੁੜਤੇ ਪਜਾਮੇ ਦਾ ਕੱਪੜਾ ਜਾਂ ਕੰਬਲ ਦਿੰਦੇ। ਕੱਪੜਿਆਂ ਉੱਤੇ ਪੈਸੇ ਵੀ ਧਰਦੇ। ਉਹ ਟੱਬਰ ਦੇ ਹਰ ਇੱਕ ਜੀਅ ਨੂੰ ਆਖਦਾ ਕਿ ਪ੍ਰੋਤਾਂ ਦੇ ਪੈਰੀਂ ਹੱਥ ਲਾਓ। ਪੈਰੀਂ ਹੱਥ ਲਵਾ ਕੇ ਉਹਨਾਂ ਦੀਆਂ ਅਸੀਸਾਂ ਦੇ ਮਨਮੋਹਣੇ ਸ਼ਬਦ ਸੁਣਦਾ ਆਨੰਦ ਪ੍ਰਸੰਨ ਹੋ ਜਾਂਦਾ। ਆਨੰਦ ਪ੍ਰਸੰਨ ਹੋ ਕੇ ਹੀ ਪਿੰਡੋਂ ਮੁੜਦਾ। ਚਾਹੇ ਦੇਸਰਾਜ ਦੀਵਾਲੀ ਦੀ ਮਿੱਟੀ ਕੱਢਣ ਤੋਂ ਬਿਨਾਂ ਵੀ ਦੌਲਤ ਰਾਮ ਕਿਸੇ ਨਾ ਕਿਸੇ ਬਹਾਨੇ ਗੇੜਾ ਮਾਰਦਾ ਰਹਿੰਦਾ ਸੀ। ਪਿੰਡ ਜਾਂਦਾ ਤਾਂ ਸੱਥਾਂ 'ਚ ਬੈਠੇ ਲੋਕਾਂ ਨਾਲ ਗੱਲਾਂ ਮਾਰਦਾ। ਗੱਲਾਂ 'ਚ ਹੀ ਉਹਨੂੰ ਪਿੰਡ ਬਾਰੇ ਨਵੀਆਂ ਸੂਚਨਾਵਾਂ ਮਿਲਦੀਆਂ। ਸੋਚਦਾ ਕਿ ਲਓ, ਮੈਨੂੰ ਤਾਂ ਅੱਜ ਪਤਾ ਲੱਗਿਆ ਇਸ ਗੱਲ ਦਾ, ਨਹੀਂ ਤਾਂ ਸ਼ਹਿਰ ਕਦੋਂ ਪਹੁੰਚਦੀਆਂ ਨੇ ਇਹ ਗੱਲਾਂ ਬਈ ਪਿੰਡ 'ਚ ਕੀ ਹੋਈ ਜਾਂਦਾ। ਪਰ ਉਹ ਦੀਵਾਲੀ ਵਾਲੇ ਦਿਨ ਮਿੱਟੀ ਕੱਢ ਕੇ ਆਉਣ ਤੋਂ ਬਾਅਦ ਮੌਕਾ ਤਕਾਉਂਦਾ ਤੇ ਕਾਰ 'ਚੋਂ ਬਾਹਰ ਨਿਕਲ ਕੇ ਖੂਹ ਦੀਆਂ ਚੌਂਕੜੀਆਂ ਉੱਤੇ ਬੈਠੇ ਬੰਦਿਆਂ 'ਚ ਜਾ ਖੜਦਾ ਤੇ ਉਹਨਾਂ ਦੀ ਰਾਮ ਰਾਮ ਮੰਨ ਕੇ ਕੋਈ ਗੱਲ ਛੇੜ ਲੈਂਦਾ। ਲੋਕ ਆਪਣੇ ਆਪ ਬੋਲਣ ਲੱਗਦੇ। ਉਹਦਾ ਜੀਅ ਕਰਦਾ ਕਿ ਉਹ ਇੱਥੇ ਇਹਨਾਂ ਲੋਕਾਂ 'ਚ ਖੜਾ ਰਹੇ। ਕੀ ਲੈਣਾ ਕਾਰ ਵੱਲ ਜਾ ਕੇ। ਅਕਾਲਗੜ੍ਹ ਮੁੜ ਕੇ ਜਾਣ ਨੂੰ ਉਹਦਾ ਜੀਅ ਨਾ ਕਰਦਾ। ਪਰ ਕੀ ਕਰਦਾ, ਤਰਸੇਮ ਦਾ ਉਹਨੂੰ ਉਡੀਕ ਰਿਹਾ ਹੁੰਦਾ ਤੇ ਹੌਰਨ ਮਾਰਨ ਲੱਗਦਾ। ਦੇਸਰਾਜ ਅੰਦਰੋਂ ਖਿੱਚਦਾ, ਕੀ ਕਰਨਾ ਐਡੀ ਛੇਤੀ ਸ਼ਹਿਰ ਜਾ ਕੇ। ਉੱਥੇ ਤਾਂ ਨਿੱਤ ਰਹੀਦਾ, ਪਿੰਡ ਤਾਂ ਉਹਨੂੰ ਮਸਾਂ ਮਿਲਦਾ ਹੈ। ਬੰਦਿਆਂ ਨਾਲ ਮੇਲੇ ਗੇਲੇ ਹੋ ਜਾਂਦੇ ਆ। ਉਸ ਦਿਨ ਵੀ ਤਰਸੇਮ ਜਿਵੇਂ ਉਹਨੂੰ ਘੜੀਸ ਕੇ ਹੁੰਡੀਆਣਾ ਦੀਆਂ ਕੈਂਚੀਆਂ ਵੱਲ ਲਿਜਾ ਰਿਹਾ ਹੋਵੇ। ਸੁਰਜਣ ਨੰਬਰਦਾਰ ਦੇ ਮੁੰਡੇ ਅਜਮੇਰ ਬਾਰੇ ਉਹਨੂੰ ਹੋਰ ਗੱਲਾਂ ਸੁਣਨ ਦਾ ਮਨ ਸੀ। ਇਹ ਤਾਂ ਕਮਾਲ ਹੀ ਹੋ ਗਿਆ ਕਿ ਜਿਸ ਬੰਦੇ ਨੂੰ ਮਰਿਆ ਸਮਝ ਕੇ ਫੂਕ ਦਿੱਤਾ, ਮੁਕੱਦਮਾ ਚੱਲਿਆ, ਅਗਲਿਆਂ ਨੂੰ ਜੇਲ੍ਹ ਹੋ ਗਈ, ਉਹ ਬੰਦਾ ਤਾਂ ਜਿਉਂਦਾ ਬੈਠਾ, ਫੜਿਆ ਗਿਆ। ਕੈਂਚੀਆਂ ਦੇ ਮਾਲਵਾ ਰੈਸਟੋਰੈਂਟ 'ਚ ਬੈਠਿਆਂ ਤੇ ਪਨੀਰ ਵਾਲੇ ਤੰਦੂਰੀ ਪਰੌਂਠੇ ਖਾਂਦਿਆਂ ਦੇਸਰਾਜ ਦੇ ਦਿਮਾਗ 'ਚ ਸੁਰਜਣ ਨੰਬਰਦਾਰ ਦਾ ਮੁੰਡਾ ਅਜਮੇਰ ਹੀ ਘੁੰਮਦਾ ਰਿਹਾ ਸੀ। ਰੈਸਟੋਰੈਂਟ 'ਚੋਂ ਬਾਹਰ ਨਿਕਲ ਕੇ ਉਹਨੇ ਦੂਰ ਤੱਕ ਬਠਿੰਡਾ ਰੋਡ ਉੱਤੇ ਨਿਗਾਹ ਮਾਰੀ। ਦੂਰ ਤੱਕ ਇਹ ਪਾਸਾ ਪੂਰਾ ਫੈਕਟਰੀ ਏਰੀਆ ਬਣਿਆ ਪਿਆ ਸੀ। ਹੁੰਡੀਆਣਾ ਦੀਆਂ ਕੰਬਾਈਨਾਂ ਪੰਜਾਬ ਕੀ ਸਾਰੇ ਉੱਤਰੀ ਭਾਰਤ 'ਚ ਮਸ਼ਹੂਰ ਸੀ। ਜਦੋਂ ਬਠਿੰਡਾ ਰੋਡ ਬਣੀ ਸੀ, ਨਾਲ ਦੀ ਨਾਲ ਮਾਨਸਾ ਰੋਡ ਵੀ ਬਣ ਗਈ ਤਾਂ ਹੁੰਡਿਆਣਾ ਦਾ ਚੁਰਸਤਾ ਕੈਂਚੀਆਂ ਖਵਾਉਣ ਲੱਗਿਆ। ਬਠਿੰਡਾ ਰੋਡ ਕੈਂਚੀਆਂ ਤੋਂ ਗਾਂਹ ਬਾਈਪਾਸ ਬਣ ਕੇ ਸੰਗਰੂਰ ਵਾਲੀ ਮੇਨ ਸੜਕ ਨਾਲ ਜਾ ਮਿਲਦੀ। ਅਕਾਲਗੜ੍ਹ ਤੋਂ ਕੈਂਚੀਆਂ ਤੱਕ ਸਗੋਂ ਹੁੰਡਿਆਣਾ ਪਿੰਡ ਦੇ ਯੱਕੇਖਾਨੇ ਤੱਕ ਸੜਕ ਪਹਿਲਾਂ ਹੀ ਬਣੀ ਹੋਈ ਸੀ। ਇਹ ਸੜਕ ਹੁਣ ਪੱਕੀ ਹੋ ਗਈ। ਰਿਆਸਤਾਂ ਵੇਲੇ ਤਾਂ ਇਹ ਸੜਕ ਬੱਸ ਨਾਂ ਦੀ ਸੜਕ ਸੀ। ਇੱਕ ਵਾਰ ਬਣ ਗਈ, ਕਦੇ ਮੁੜ ਕੇ ਕਿਸੇ ਨੇ ਕਿਸੇ ਦੀ ਸਿਆਣ ਨਹੀਂ ਕੱਢੀ। ਥਾਂ ਥਾਂ ਉਖਲੀਆਂ ਸਨ, ਤਾਂਗੇ ਮਸਾਂ ਚੱਲਦੇ। ਹੁੰਡੀਆਣਾ ਦੀਆਂ ਕੈਂਚੀਆਂ ਉੱਤੇ ਪਹਿਲਾਂ ਪਹਿਲ ਇੱਕ ਦੋ ਚਾਹ ਦੀਆਂ ਦੁਕਾਨਾਂ ਹੁੰਦੀਆਂ। ਬੱਸਾਂ ਚੜ੍ਹਨ ਆਏ ਮੁਸਾਫਿਰ ਚਾਹਾਂ ਪੀਂਦੇ ਜਾਂ ਟਰੱਕਾਂ ਵਾਲੇ ਦਮ ਲੈਂਦੇ। ਕਿਸੇ ਸਮੇਂ ਕੈਂਚੀਆਂ ਹੁੰਡੀਆਣਾ ਦੀਆਂ ਖੂਨੀ ਕੈਂਚੀਆਂ ਦਾ ਨਾਂ ਧਾਰ ਚੁੱਕੀਆਂ ਸੀ। 10-12 ਸਾਲਾਂ ਦੇ ਅੰਦਰ ਇਹਨਾਂ ਕੈਂਚੀਆਂ ਨੇ ਕੋਈ 20 ਬੰਦਿਆਂ ਦੀ ਜਾਨ ਲੈ ਲਈ ਸੀ। ਐਕਸੀਡੈਂਟ ਹੁੰਦੇ ਹੀ ਰਹਿੰਦੇ। ਟਰੈਕਟਰਾਂ, ਜੀਪਾਂ, ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਵਾਲੇ ਕਿੰਨਾ ਵੀ ਬਚਾਅ ਕਰਕੇ ਲੰਘਦੇ, ਪਰ ਪਤਾ ਨਹੀਂ ਕਦੋਂ ਇਹਨਾਂ ਕੈਂਚੀਆਂ ਉੱਤੇ ਰੱਬ ਦਾ ਭਾਣਾ ਵਰਤ ਜਾਂਦਾ। ਇਹਨਾਂ ਖੂਨੀ ਕੈਂਚੀਆਂ ਦੇ ਖਿਲਾਫ ਕਿੰਨੀ ਵਾਰ ਪੱਤਰਕਾਰਾਂ ਨੇ ਖਬਰਾਂ ਲਾਈਆਂ। ਲੋਕ ਹਿੱਤ ਸੰਸਥਾਵਾਂ ਉੱਚ ਅਫਸਰਾਂ ਨੂੰ ਜਾ ਕੇ ਮਿਲਦੀਆਂ। ਸਿਆਸੀ ਇਕੱਠਾਂ 'ਚ ਮੰਗ ਰੱਖੀ ਜਾਂਦੀ, ਪਰ ਕਿਧਰੇ ਕੋਈ ਧਿਆਨ ਨਹੀਂ ਦੇ ਰਿਹਾ ਸੀ। ਲੋਕ ਮਰਦੇ ਜਾ ਰਹੇ ਸਨ। ਅਗਲੇ ਐਕਸੀਡੈਂਟ ਵੇਲੇ ਪਿਛਲਾ ਐਕਸੀਡੈਂਟ ਭੁੱਲ ਜਾਂਦਾ। ਜਿਨ੍ਹਾਂ ਦੇ ਬੰਦੇ ਮਰ ਚੁੱਕੇ ਸਨ, ਦੁੱਖ ਤਾਂ ਉਹਨਾਂ ਦਾ ਸੀ। ਤੇ ਫਿਰ ਕਿਹਦੇ ਕੀ ਮਨ 'ਚ ਮਿਹਰ ਪਈ, ਇਹਨਾਂ ਕੈਂਚੀਆਂ ਨੂੰ ਚੌਂਕ ਬਣਾ ਦਿੱਤਾ ਗਿਆ। ਚੌਂਕ ਬਣਨ ਨਾਲ ਟ੍ਰੈਫਿਕ ਕੰਟਰੋਲ ਹੋ ਗਈ ਤੇ ਦੁਰਘਟਨਾਵਾਂ ਵੀ ਨਾ ਰਹੀਆਂ। ਅਸਲ 'ਚ ਚੌਂਕ ਬਣਨ ਦਾ ਕਾਰਨ ਦਿਨੋਂ ਦਿਨ ਵੱਧ ਰਿਹਾ ਟ੍ਰੈਫਿਕ ਸੀ ਜਾਂ ਫਿਰ ਕੰਬਾਈਨ ਫੈਕਟਰੀਆਂ ਦੀ ਕੋਸ਼ਿਸ਼। ਪਹਿਲਾਂ ਇਹਨਾਂ ਕੈਂਚੀਆਂ ਉੱਤੇ ਸਿਰਫ ਇੱਕੋ ਕੰਬਾਈਨ ਫੈਕਟਰੀ ਸੀ। ਇਹ ਫੈਕਟਰੀ ਹੁੰਡੀਆਣਾ ਦੇ ਤਰਖਾਣਾ ਦੇ ਇੱਕ ਨੌਜਵਾਨ ਮੁੰਡੇ ਨੇ ਸ਼ੁਰੂ ਕੀਤੀ ਸੀ। ਇਹ ਨੌਜਵਾਨ ਖੱਤੀਆਂ ਦੇ ਘਰਾਂ ਵਿੱਚੋਂ ਸੀ।
ਪੜ੍ਹਿਆ ਲਿਖਿਆ ਤਾਂ ਕੋਈ ਖਾਸ ਨਹੀਂ ਸੀ, ਮਸਾਂ 5-7 ਜਮਾਤਾਂ ਪਾਸ ਕੀਤੀਆਂ ਹੋਣਗੀਆਂ, ਪਰ ਦਿਮਾਗ ਅੰਗਰੇਜ਼ਾਂ ਵਰਗਾ ਸੀ। ਜਿਵੇਂ ਬ੍ਰਾਹਮਣ ਜਾਤੀ 'ਚ ਦੋ ਵੰਡੀਆਂ ਹਨ, ਸਾਰਸੁੱਤ ਤੇ ਗੌੜ, ਇਵੇਂ ਹੀ ਤਰਖਾਣ ਜਾਤੀ 'ਚ ਦੋ ਕਿਸਮਾਂ ਹਨ, ਧਮਾਣ ਤੇ ਖੱਤੀ। ਪਹਿਲਾਂ ਕਦੇ ਤੇ ਹੁਣ ਵੀ ਧਮਾਣ ਤੇ ਖੱਤੀ ਆਪਸ 'ਚ ਰਿਸ਼ਤੇ ਨਾਤੇ ਨਹੀਂ ਕਰਦੇ। ਦੇਸ਼ 'ਚ ਨਵੀਂ ਜਾਗਰਤੀ ਆ ਜਾਣ ਕਰਕੇ ਤੇ ਵੇਲੇ ਦੀ ਲੋੜ ਅਨੁਸਾਰ ਹੁਣ ਇਹ ਧਮਾਣ ਖੱਤੀ ਰਿਸ਼ਤੇਦਾਰੀਆਂ 'ਚ ਘੁਲਣ ਮਿਲਣ ਲੱਗੇ ਹਨ। ਹੁੰਡਿਆਣਾ 'ਚ ਖੱਤੀਆਂ ਦੇ ਬਹੁਤ ਸਾਰੇ ਪਰਿਵਾਰ ਹਨ। ਇਹਨਾਂ ਦੇ ਘਰ ਪਿੰਡ ਦੇ ਇੱਕੋ ਪਾਸੇ ਵਸੇ ਹੋਏ ਹਨ। ਇਹਨਾਂ ਘਰਾਂ ਨੂੰ ਖੱਤੀਆਂ ਦਾ ਅਗਵਾੜ ਹੀ ਆਖਦੇ ਆ। ਦੇਸ ਰਾਜ ਸੋਚ ਰਿਹਾ ਸੀ ਕਿ ਜ਼ਮਾਨਾ ਕਿੰਨਾ ਬਦਲ ਗਿਆ। ਕਦੇ ਹੁੰਡਿਆਣਾ ਦੇ ਖੱਤੀ ਗੱਡੇ ਬਣਾਉਂਦੇ ਹੁੰਦੇ। ਇਹਨਾਂ ਦੇ ਬਣਾਏ ਹੋਏ ਗੱਡੇ ਮਾਲਵੇ 'ਚ ਦੂਰ ਦੂਰ ਤੱਕ ਵਿਕਣ ਜਾਂਦੇ। ਮਸ਼ਹੂਰ ਸਨ ਖੱਤੀਆਂ ਦੇ ਗੱਡੇ। ਲੋਹੇ ਦੀਆਂ ਚਮਕਦਾਰ ਪੱਤੀਆਂ, ਪਿੱਤਲ ਦੇ ਫੁੱਲ ਬੂਟੇ ਕੱਢੇ ਹੋਏ ਗੱਡੇ ਨੂੰ ਇੱਕ ਦਰਸ਼ਨੀ ਵਸਤੂ ਬਣਾ ਦਿੰਦੇ। ਗੱਡਿਆਂ ਦਾ ਰਿਵਾਜ ਹੁਣ ਕਿਧਰੇ ਵੀ ਨਹੀਂ ਰਹਿ ਗਿਆ ਤੇ ਸਾਰੇ ਖੱਤੀ ਕੰਬਾਈਨਾਂ ਦੇ ਰਾਹ ਪੈ ਗਏ। ਬਠਿੰਡਾ ਰੋਡ ਉੱਤੇ ਕੰਬਾਈਨਾਂ ਦੀਆਂ ਜਿੰਨੀਆਂ ਵੀ ਫੈਕਟਰੀਆਂ ਹਨ, ਇਹ 10-12 ਹੋਣਗੀਆਂ, ਸਭ ਹੁੰਡਿਆਣਾ ਦੇ ਖੱਤੀਆਂ ਦੀਆਂ ਹਨ। ਅਨੇਕਾਂ ਕਿਸਮ ਦੀਆਂ ਕੰਬਾਈਨਾਂ ਹੀ ਨਹੀਂ ਬਣਦੀਆਂ, ਖੇਤੀ ਧੰਦੇ ਨਾਲ ਸੰਬੰਧਿਤ ਹੋਰ ਮਸ਼ੀਨਾਂ ਵੀ ਤਿਆਰ ਹੁੰਦੀਆਂ। ਉੱਤਰੀ ਭਾਰਤ ਕੀ, ਹੁਣ ਤਾਂ ਸੁਣਿਆ ਸਾਰੇ ਭਾਰਤ ਵਿੱਚ ਹੀ ਇਹਨਾਂ ਦੀ ਮਸ਼ੀਨਰੀ ਜਾਣ ਲੱਗੀ ਹੈ। ਦੇਸ ਰਾਜ ਨੂੰ ਇੱਕ ਗੱਲ ਹੋਰ ਯਾਦ ਆਈ ਕਿ ਇੱਥੋਂ ਦੇ ਖੱਤੀਆਂ ਦੇ ਦਿਮਾਗ ਜੋ ਇੰਨੇ ਤਿੱਖੇ ਹੈ ਤਾਂ ਘੱਟ ਧਮਾਣ ਵੀ ਨਹੀਂ। ਧਮਾਣਾ ਵਿੱਚ ਇੱਕ ਕਾਰੀਗਰ ਨੇ ਦੇਲੀ ਜਿੰਦਾ ਤਿਆਰ ਕੀਤਾ। ਸੁਣਿਆ ਮਹਾਰਾਜਾ ਫਰੀਦਕੋਟ ਨੇ ਉਸ ਕਾਰੀਗਰ ਨੂੰ ਸੱਦ ਕੇ ਆਪਣੇ ਮਹਿਲਾਂ 'ਚ ਦੇਲੀ ਜਿੰਦੇ ਲਗਵਾਏ। ਉਸ ਕਾਰੀਗਰ ਨੂੰ ਇਨਾਮ ਦਿੱਤਾ। ਇਸ ਦੇਲੀ ਜੰਦੇ ਨੂੰ ਅੱਜ ਦਾ ਯੁੱਗ ਚਾਹੇ ਭੁਲਾ ਬੈਠਾ ਹੈ, ਪਰ ਉਸ ਜ਼ਮਾਨੇ 'ਚ ਬੜੀ ਵੱਡੀ ਚੀਜ਼ ਸੀ। ਬਾਰ ਦੇ ਤਖਤਿਆਂ ਨੂੰ ਚੂੜਾਂ ਲੱਗੀਆਂ ਹੁੰਦੀਆਂ। ਚੋਰ ਇਹਨਾਂ ਚੂੜਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲਾ ਲੈਂਦੇ ਸੀ। ਉਦੋਂ ਚੁਗਾਠਾਂ ਨੂੰ ਕਬਜ਼ੇ ਨਹੀਂ ਸੀ, ਤਖਤਿਆਂ ਨੂੰ ਚੂੜਾਂ ਸਨ। ਦੇਲੀ ਜਿੰਦਾ ਦੇਲੀ 'ਚ ਫਿੱਟ ਕਰ ਦਿੱਤਾ ਗਿਆ। ਚੋਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਤਖਤੇ ਖੁੱਲ੍ਹ ਨਹੀਂ ਸਕਦੇ। ਇਸ ਦੇਲੀ ਜਿੰਦੇ ਦੀ ਚਾਬੀ ਵੀ ਖਾਸੀ ਭਾਰੀ ਹੁੰਦੀ। ਇਹ ਜੇਬ 'ਚ ਕਦੋਂ ਪੈਂਦੀ ਸੀ? ਹੱਥ 'ਚ ਲੈ ਕੇ ਰੱਖਣੀ ਪੈਂਦੀ। ਇਸ ਲੋਹੇ ਦੀ ਚਾਬੀ ਦਾ ਭਾਰ ਇੱਕ ਪਾਈਏ ਤੋਂ ਘੱਟ ਕੀ ਹੁੰਦਾ ਹੋਏਗਾ। ਉਹਨਾਂ ਦੀ ਕਾਰ ਜਦੋਂ ਹੁੰਡਿਆਣਾ ਚੌਂਕ ਤੋਂ ਅਕਾਲਗੜ੍ਹ ਨੂੰ ਜਾ ਰਹੀ ਸੀ, ਦੇਸ ਰਾਜ ਨੇ ਆਸੇ ਪਾਸੇ ਨਿਗਾਹ ਮਾਰੀ। ਸੜਕ ਦੇ ਦੋਵੇਂ ਪਾਸੇ ਕਿੰਨੇ ਸਾਰੇ ਮਕਾਨ ਪਿਛਲੇ ਕੁਝ ਦਹਾਕਿਆਂ ਅੰਦਰ ਹੀ ਉਸਰ ਗਏ। ਨਿੱਕੀਆਂ ਨਿੱਕੀਆਂ ਫੈਕਟਰੀਆਂ ਸਨ, ਨਿੱਕੀਆਂ ਨਿੱਕੀਆਂ ਦੁਕਾਨਾਂ ਸਨ, ਮੈਰਿਜ ਪੈਲੇਸ ਬਣ ਚੁੱਕੇ ਸਨ, ਸਕੂਲ ਸਨ, ਵੱਖਰੀਆਂ ਹੀ ਮਾਰਕੀਟਾਂ ਸਨ, ਨਵੀਆਂ ਕਲੋਨੀਆਂ ਵਸਦੀਆਂ ਜਾ ਰਹੀਆਂ ਸਨ। ਹੁੰਡਿਆਣਾ ਪਿੰਡ ਦਾ ਵਜੂਦ ਜਿਵੇਂ ਖਤਮ ਹੁੰਦਾ ਜਾ ਰਿਹਾ ਹੋਵੇ। ਹੁੰਡਿਆਣਾ ਜਿਵੇਂ ਵੱਖਰਾ ਪਿੰਡ ਨਾ ਰਹਿ ਗਿਆ ਹੋਵੇ, ਜਿਵੇਂ ਅਕਾਲਗੜ੍ਹ ਸ਼ਹਿਰ ਨੇ ਹੁੰਡਿਆਣਾ ਪਿੰਡ ਨੂੰ ਆਪਣੇ ਅੰਦਰ ਹੀ ਨਿਗਲ ਲਿਆ ਹੋਵੇ। ਅੰਗ 11ਵਾਂ। ਹਿੰਦੂ ਘੁਮਿਆਰਾਂ ਦਾ ਮੁੰਡਾ ਜਗਦੀਸ਼ ਦੇਸ ਰਾਜ ਦਾ ਜਮਾਤੀ ਸੀ। ਉਹ ਪਿੰਡ ਦੇ ਮਿਡਲ ਸਕੂਲ 'ਚ ਇੱਕੋ ਜਮਾਤ 'ਚ ਪੜ੍ਹਦੇ ਸੀ, ਪਰ ਉਹ ਬਹੁਤਾ ਨਹੀਂ ਪੜ੍ਹੇ, ਪੜ੍ਹਾਈ ਵਿੱਚ ਘਰੋਂ ਹੀ ਛੱਡ ਦਿੱਤੀ। ਜਗਦੀਸ਼ ਪਿਤਾ ਪੁਰਖੀ ਕੰਮ ਮਿੱਟੀ ਦੇ ਭਾਂਡੇ ਬਣਾਉਣ 'ਚ ਮਾਪਿਆਂ ਦਾ ਹੱਥ ਵਟਾਉਣ ਲੱਗਿਆ ਤੇ ਦੇਸ ਰਾਜ ਨੂੰ ਉਹਦੇ ਪਿਓ ਧੌਂਕਲ ਨੇ ਦੁਕਾਨ ਤੇ ਬਿਠਾ ਲਿਆ। ਉਹਨਾਂ ਦੀ ਆੜੀ ਪੱਕੀ ਸੀ, ਮਿਲਦੇ ਰਹਿੰਦੇ, ਸਕੂਲ ਦੀਆਂ ਗੱਲਾਂ ਕਰਦੇ, ਆਪਣੇ ਜਮਾਤੀ ਮੁੰਡਿਆਂ ਨੂੰ ਯਾਦ ਕਰਦੇ ਜੋ ਖਾਸਾ ਪੜ੍ਹ ਲਿਖ ਕੇ ਸਰਕਾਰੀ ਨੌਕਰੀਆਂ ਕਰਨ ਲੱਗੇ ਸੀ। ਜਗਦੀਸ਼ ਆਖਦਾ ਕਿ ਉਹ ਆਪਣੇ ਪੁੱਤਰ ਚੰਦਰ ਪ੍ਰਕਾਸ਼ ਨੂੰ 10ਵੀਂ ਜਮਾਤ ਤੋਂ ਬਾਅਦ ਵੀ ਹੋਰ ਪੜ੍ਹਾਏਗਾ ਤੇ ਕਿਸੇ ਚੰਗੀ ਸਰਕਾਰੀ ਨੌਕਰੀ ਦੇ ਸਿਰੇ ਕਰ ਦੇਗਾ। ਅੱਗੇ ਉਹਦੀ ਕਿਸਮਤ ਭਾਈ। ਜਗਦੀਸ਼ ਦੇ ਮਾਂ-ਬਾਪ ਇੱਥੇ ਦੌਲਤਪੁਰ ਪਿੰਡ 'ਚ ਉੱਤਰ ਪ੍ਰਦੇਸ਼ ਤੋਂ ਕਿਧਰੋਂ ਆ ਕੇ ਵਸੇ ਸੀ। ਉੱਧਰ ਵੀ ਘੁਮਿਆਰਾ ਕੰਮ ਕਰਦੇ ਸੀ, ਫਿਰ ਇੱਥੇ ਆ ਕੇ ਵੀ ਭਾਂਡਿਆਂ ਦੀ ਆਵੀ ਪਕਾਉਣ ਲੱਗੇ। ਉਹਨਾਂ ਦਾ ਕੰਮ ਬਹੁਤਾ ਸੁਥਰਾ ਸੀ। ਵਧੀਆ ਕਿਸਮ ਦੇ ਤੌੜੇ ਬਣਾਉਂਦੇ, ਕੁੱਜੇ, ਬਲਣੀਆਂ, ਬੱਠਲ, ਝਾਵੇਂ, ਠੂਠੀਆਂ, ਦੀਵੇ ਬਣਾਉਂਦੇ। ਸਾਰੇ ਪਿੰਡ 'ਚ ਸਾਰੇ ਘਰਾਂ 'ਚ ਉਹਨਾਂ ਦਾ ਆਉਣ ਜਾਣ ਸੀ। ਭਾਂਡੇ ਦਿੰਦੇ ਰਹਿੰਦੇ। ਜੱਟ ਜ਼ਿਮੀਂਦਾਰਾਂ ਤੇ ਹੋਰ ਜਾਤੀਆਂ ਦੇ ਘਰਾਂ 'ਚ ਭਾਂਡੇ ਦੇ ਕੇ ਆਉਂਦੇ। ਲੋਕ ਉਹਨਾਂ ਨੂੰ ਹਾੜੀ ਸੌਣੀ ਦਾਣੇ ਦਿੰਦੇ, ਤੂੜੀਆਂ ਦੀਆਂ ਪੰਡਾਂ ਵੀ। ਘੁਮਾਰਾਂ ਨੇ ਮੱਝਾਂ ਪਾਲ ਰੱਖੀਆਂ ਸੀ। ਜਗਦੀਸ਼ ਦੇ ਪਿਓ ਨੇ ਉੱਧਰੋਂ ਹੋਰ ਬੰਦੇ ਤੇ ਉਹਨਾਂ ਦੇ ਜਵਾਕ ਜੱਲੇ ਔਰਤਾਂ ਵੀ ਲਿਆ ਬਿਠਾਏ ਸੀ। ਇਹ ਸਭ ਭਾਂਡਿਆਂ ਦਾ ਕੰਮ ਕਰਦੇ। ਬਹੁਤ ਸਾਰੇ ਭਾਂਡੇ ਤਿਆਰ ਕਰਨੇ ਪੈਂਦੇ। ਪਿੰਡ ਵੱਡਾ ਸੀ। ਜਗਦੀਸ਼ ਦਾ ਬਾਪ ਇਕੱਲਾ ਤਾਂ ਇੰਨਾ ਕੰਮ ਨਿਬੇੜ ਹੀ ਨਹੀਂ ਸੀ ਸਕਦਾ। ਬਾਕੀ ਬੰਦੇ ਜਿਹੜੇ ਉੱਧਰੋਂ ਆਏ ਸਨ, ਉਹਦੇ ਅਧੀਨ ਹੋ ਕੇ ਚੱਲਦੇ। ਸਰਦਾਰੀ ਟੱਬਰ 'ਚ ਜਗਦੀਸ਼ ਦੇ ਬਾਪ ਦੀ ਸੀ। ਉਹ ਦੂਜਿਆਂ ਤੋਂ ਕੰਮ ਕਰਾਉਂਦਾ, ਉਹਨਾਂ ਨੂੰ ਲੀੜਾ ਕੱਪੜਾ ਤੇ ਅੰਨ ਪਾਣੀ ਖਾਣ ਨੂੰ ਦਿੰਦਾ, ਪੈਸੇ ਵੀ ਦਿੰਦਾ। ਇਹ ਦੂਜੇ ਲੋਕ ਆਉਂਦੇ ਜਾਂਦੇ ਹੀ ਰਹਿੰਦੇ ਸਨ। ਇੱਕ ਟੱਬਰ ਕੁਝ ਮਹੀਨੇ ਲਾ ਕੇ ਵਾਪਸ ਉੱਤਰ ਪ੍ਰਦੇਸ਼ ਨੂੰ ਮੁੜ ਜਾਂਦਾ, ਦੂਜਾ ਕੋਈ ਹੋਰ ਟੱਬਰ ਆ ਜਾਂਦਾ, ਭਾਂਡਿਆਂ ਦਾ ਕੰਮ ਕਰਨ ਲੱਗਦਾ। ਇਹਨਾਂ ਹਿੰਦੂ ਘੁਮਿਆਰਾਂ ਤੋਂ ਪਹਿਲਾਂ ਦੌਲਤਪੁਰ 'ਚ 3 ਘਰ ਮੁਸਲਮਾਨ ਘੁਮਿਆਰਾਂ ਦੇ ਸਨ। ਇਹ ਸਭ 47 ਦੀ ਵੱਡਾ ਟੁੱਕੀ ਵੇਲੇ ਪਿੰਡ ਛੱਡ ਗਏ ਜਾਂ ਇੱਧਰ ਹੀ ਮਾਰ ਦਿੱਤੇ।
ਕਿਸੇ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਗਧੇ ਗਧੀਆਂ ਵੀ ਉਹਨਾਂ ਦੇ ਨਾਲ ਹੀ ਕਿਧਰੇ ਚਲੇ ਗਏ। ਉਹ ਆਪਣੇ ਮਕਾਨ ਜਿਹੜੇ ਇੱਧਰ ਛੱਡ ਗਏ, ਉਹਨਾਂ ਦਾ ਕਬਜ਼ਾ ਜਾਂ ਤਾਂ ਪਾਕਿਸਤਾਨ 'ਚੋਂ ਆਏ ਰਿਫਿਊਜ਼ੀਆਂ ਨੇ ਲੈ ਲਿਆ, ਜਾਂ ਫਿਰ ਪਿੰਡ ਦੇ ਜੱਟਾਂ ਨੇ ਉਹਨਾਂ ਦੇ ਮਕਾਨਾਂ ਦੇ ਕੁਝ ਹਿੱਸੇ ਢਾਹ ਕੇ ਆਪਣੇ ਮਕਾਨ ਵਿੱਚ ਰਲਾ ਲਏ। ਹੁਣ ਇਹ ਉੱਤਰ ਪ੍ਰਦੇਸ਼ ਤੋਂ ਆਏ ਹਿੰਦੂ ਘੁਮਾਰਾਂ ਨੇ ਕਿਸੇ ਹੋਰ ਮਕਾਨ ਵਿੱਚ ਹੀ ਆਪਣਾ ਡੇਰਾ ਲਾਇਆ ਸੀ, ਜੋ ਮੁਸਲਮਾਨਾਂ ਦਾ ਪੁਰਾਣਾ ਮਕਾਨ ਨਹੀਂ ਸੀ। ਇਹ ਹਿੰਦੂ ਘੁਮਾਰ ਗਧੇ ਗਧੀਆਂ ਨਹੀਂ ਰੱਖਦੇ ਸੀ। ਦੋ ਹੀ ਖੱਚਰ ਰੇਹੜੀਆਂ, ਇਹਨਾਂ ਖੱਚਰ ਰੇਹੜੀਆਂ ਉੱਤੇ ਹੀ ਉਹ ਕਾਲੀ ਮਿੱਟੀ ਕਿੱਧਰੋਂ ਲੈ ਕੇ ਆਉਂਦੇ, ਪੱਕੇ ਭਾਂਡੇ ਇੱਧਰ ਉੱਧਰ ਪਿੰਡ 'ਚ ਲੈ ਕੇ ਜਾਂਦੇ। ਜਗਦੀਸ਼ ਦੇ 3 ਮੁੰਡੇ ਹੋਏ, 2 ਕੁੜੀਆਂ। ਵੱਡਾ ਚੰਦਰ ਪ੍ਰਕਾਸ਼ ਸੀ, ਛੋਟੇ ਮਦਨ ਲਾਲ ਤੇ ਸਤਪਾਲ ਉਹਨੇ ਪੜ੍ਹਨ ਨਹੀਂ ਭੇਜੇ। ਉਡਾਰ ਹੋਏ ਤੇ ਸਿੱਧੇ ਭਾਂਡਿਆਂ ਦੇ ਕੰਮ 'ਚ ਹੀ ਜੋੜ ਗਏ। ਛੋਟੇ ਦੋਵੇਂ ਪਹਿਲਾਂ ਵਿਆਹ ਲਏ, ਕੁੜੀਆਂ ਵੀ ਵਿਆਹਤੀਆਂ। ਕੁੜੀਆਂ ਉੱਧਰ ਉੱਤਰ ਪ੍ਰਦੇਸ਼ 'ਚ ਵਿਆਹੀਆਂ, ਛੋਟੇ ਮੁੰਡਿਆਂ ਲਈ ਉੱਧਰੋਂ ਬਹੂਆਂ ਲਿਆ ਕੇ ਇੱਧਰ ਰੱਖੀਆਂ। ਚੰਦਰ ਪ੍ਰਕਾਸ਼ ਪੜ੍ਹਾਈ 'ਚ ਹੁਸ਼ਿਆਰ ਸੀ, ਗਾਂਹ ਵੀ ਪੜ੍ਹਦਾ ਜਾ ਰਿਹਾ ਸੀ। ਦੌਲਤਪੁਰ ਵਿੱਚ ਹਾਈ ਸਕੂਲ ਬਣ ਚੁੱਕਿਆ ਸੀ। 10ਵੀਂ ਇੱਥੋਂ ਪਾਸ ਕਰਕੇ ਉਹਨੇ ਕਾਲਗੜ੍ਹ ਦੇ ਕਾਲਜ 'ਚੋਂ BSc ਨਾਨ ਮੈਡੀਕਲ ਕੀਤੀ। ਹੋਰ ਕਿਧਰੇ ਕੋਈ ਨੌਕਰੀ ਨਾ ਮਿਲੀ ਤਾਂ BEd ਕਰ ਲਈ ਤੇ ਸਰਕਾਰੀ ਅਧਿਆਪਕ ਚੁਣ ਲਿਆ ਗਿਆ। ਸਾਇੰਸ ਮਾਸਟਰ ਬਣ ਗਿਆ। ਚੰਦਰ ਪ੍ਰਕਾਸ਼ ਦਾ ਨਾਂ ਸਕੂਲ 'ਚ ਜਗਦੀਸ਼ ਨੇ ਚੰਦਰ ਪ੍ਰਕਾਸ਼ ਸਿੰਘ ਲਿਖਵਾਇਆ ਸੀ। ਉਹਨਾਂ ਨੇ ਹੁਣ ਸਾਰੀ ਉਮਰ ਇੱਥੇ ਦੌਲਤਪੁਰ ਪੰਜਾਬ ਵਿੱਚ ਹੀ ਰਹਿਣਾ ਸੀ, ਜੱਟ ਸਿੱਖਾਂ ਦੇ ਪਿੰਡ 'ਚ। ਇਸੇ ਕਰਕੇ ਚੰਦਰ ਪ੍ਰਕਾਸ਼ ਦੇ ਨਾਂ ਨਾਲ ਸਿੰਘ ਸ਼ਬਦ ਜੋੜ ਦਿੱਤਾ ਤਾਂ ਕਿ ਉਹ ਪੰਜਾਬੀ ਜਿਹਾ ਲੱਗੇ। ਦੌਲਤਪੁਰ ਦੇ ਸਕੂਲ 'ਚ ਜੱਟਾਂ ਦੇ ਮੁੰਡਿਆਂ ਨਾਲ ਪੜ੍ਹਨ ਕਰਕੇ ਤੇ ਉਹਨਾਂ ਨਾਲ ਦੋਸਤੀ ਹੋਣ ਕਰਕੇ ਚੰਦਰ ਪ੍ਰਕਾਸ਼ ਨੇ ਵੀ ਸਿਰ ਦੇ ਵਾਲ ਵਧਾ ਕੇ ਜੂੜਾ ਕਰਕੇ ਪੱਗ ਬੰਨਣੀ ਸ਼ੁਰੂ ਕਰਤੀ। ਲੱਗਦਾ ਹੀ ਨਹੀਂ ਸੀ ਕਿ ਉਹ ਹਿੰਦੂ ਘੁਮਿਆਰਾਂ ਦਾ ਮੁੰਡਾ, ਉਹ ਤਾਂ ਜੱਟਾਂ ਦੇ ਮੁੰਡਿਆਂ 'ਚ ਜੱਟਾਂ ਦਾ ਮੁੰਡਾ ਹੀ ਦਿਸਦਾ। ਰੰਗ ਗੋਰਾ, ਤਿੱਖੇ ਨੈਣ ਨਕਸ਼ ਬਹੁਤ ਸੋਹਣਾ ਸੀ, ਨਿੱਖਰਵਾਂ ਕੱਦ ਕਾਠ ਸੀ ਉਹਦਾ। ਅਕਾਲਗੜ੍ਹ ਦੇ ਕਾਲਜ ਜਾ ਕੇ ਵੀ ਉਹ ਜੱਟਾਂ ਦੇ ਮੁੰਡਿਆਂ ਵਾਂਗ ਹੀ ਵਿਚਰਦਾ ਰਿਹਾ। ਜੱਟਾਂ ਦੇ ਮੁੰਡਿਆਂ ਨਾਲ ਹੀ ਦੋਸਤੀਆਂ ਉਹਦੀਆਂ, ਉਹਨਾਂ ਵਾਂਗ ਹੀ ਰਹਿੰਦਾ ਖਾਂਦਾ ਪੀਂਦਾ। ਚੰਦਰ ਪ੍ਰਕਾਸ਼ ਦੀ ਪਹਿਲੀ ਹਾਜ਼ਰੀ ਸਾਇੰਸ ਮਾਸਟਰ ਵਜੋਂ ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਦਾਤੇਵਾਸ ਹਾਈ ਸਕੂਲ 'ਚ ਲੱਗੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਦਾਤੇਵਾਸ ਸਕੂਲ ਵਿੱਚ ਹੀ ਸੀ। ਬੁਢਲਾਡੇ ਰਹਿੰਦਾ ਤੇ ਨਿੱਤ ਦਾਤੇਵਾਸ ਜਾਂਦਾ। ਦੌਲਤਪੁਰ ਕਦੇ ਕਦੇ ਗੇੜਾ ਮਾਰਦਾ। ਬੁਢਲਾਡਾ ਮੰਡੀ ਤੋਂ ਹੋਰ ਅਧਿਆਪਕ ਵੀ ਦਾਤੇਵਾਸ ਪੜ੍ਹਾਉਣ ਜਾਂਦੇ। ਇੱਕ ਕੁੜੀ ਜੱਟਾਂ ਦੀ ਹਰਜੀਤ ਕੌਰ ਸੋਸ਼ਲ ਮਿਸਟਰੈਸ ਲੱਗੀ ਸੀ, ਉਹ ਵੀ ਨਿੱਤ ਬੱਸ ਤੇ ਜਾਂਦੀ। ਹਰਜੀਤ ਕੌਰ ਪੰਜਾਬੀ ਦੀ MA ਤੇ BEd ਸੀ। MA ਪੰਜਾਬੀ 'ਚ ਉਹਦੇ ਚੰਗੇ ਨੰਬਰ ਸੀ, ਫਸਟ ਡਿਵੀਜ਼ਨ ਸੀ। ਉਹ MPhil ਕਰਕੇ ਕਾਲਜ ਲੈਕਚਰਰ ਬਣਨਾ ਚਾਹੁੰਦੀ ਸੀ, ਪਰ BEd ਕਰਨ ਬਾਅਦ ਸਕੂਲ ਮਿਸਟਰੈਸ ਬਣਨਾ ਹੀ ਪੈ ਗਿਆ। ਇੱਕ ਤਾਂ ਬੁਢਲਾਡਿਓਂ ਇਕੱਠੇ ਆਉਣ ਕਰਕੇ ਉਹਨਾਂ ਸਾਰੇ ਅਧਿਆਪਕਾਵਾਂ ਦੀ ਸਾਂਝ ਸੀ। ਦੂਜੀ ਸਾਂਝ ਚੰਦਰ ਪ੍ਰਕਾਸ਼ ਤੇ ਹਰਜੀਤ ਦੀ ਇਸ ਕਰਕੇ ਵੀ ਸੀ ਕਿ ਦੋਵੇਂ ਕਿਤਾਬਾਂ ਪੜ੍ਹਨ ਦੇ ਬਹੁਤ ਚਾਸਕੂ ਸਨ। ਉਹ ਹਿੰਦੀ, ਪੰਜਾਬੀ, ਅੰਗਰੇਜ਼ੀ ਦੇ ਨਾਵਲ ਪੜ੍ਹਦੇ। ਦੋਵਾਂ ਦੀ ਅੰਗਰੇਜ਼ੀ ਵੀ ਚੰਗੀ ਸੀ, ਸਾਹਿਤਕ ਕਿਤਾਬਾਂ ਹੀ ਪੜ੍ਹਦੇ, ਜਸੂਸੀ ਨਹੀਂ। ਚੰਦਰ ਪ੍ਰਕਾਸ਼ ਬਠਿੰਡੇ ਦੀ ਪਬਲਿਕ ਲਾਇਬ੍ਰੇਰੀ ਦਾ ਮੈਂਬਰ ਬਣਿਆ ਹੋਇਆ ਸੀ, ਉੱਥੋਂ ਕਿਤਾਬਾਂ ਲੈ ਆਉਂਦਾ। ਹਰਜੀਤ ਘਰੋਂ ਚੰਗੀ ਸੀ, ਉਹਨੂੰ ਪੈਸਿਆਂ ਦੀ ਘਾਟ ਨਹੀਂ ਸੀ। ਉਹ ਇੱਧਰ ਉੱਧਰ ਕਿਸੇ ਸ਼ਹਿਰ ਜਾਂਦੀ ਤਾਂ ਹਿੰਦੀ, ਪੰਜਾਬੀ, ਅੰਗਰੇਜ਼ੀ ਦੇ ਨਾਵਲ ਆਪ ਖਰੀਦ ਲਿਆਉਂਦੀ। ਹਰਜੀਤ ਨੂੰ ਲੱਗਦਾ ਜਿਵੇਂ ਉਹ ਚੰਦਰ ਪ੍ਰਕਾਸ਼ ਲਈ ਕਿਤਾਬਾਂ ਖਰੀਦਦੀ ਹੋਵੇ। ਇੱਦਾਂ ਦਾ ਭਾਵ ਹੀ ਕੁਝ ਚੰਦਰ ਪ੍ਰਕਾਸ਼ ਦੇ ਮਨ 'ਚ ਵੀ ਸੀ, ਜਿਵੇਂ ਉਹ ਬਠਿੰਡੇ ਦੀ ਲਾਇਬ੍ਰੇਰੀ ਤੋਂ ਹਰਜੀਤ ਲਈ ਹੀ ਕਿਤਾਬਾਂ ਲੈਣ ਜਾਂਦਾ ਹੋਵੇ। ਸਕੂਲ ਸਟਾਫ 'ਚੋਂ ਦੋਵੇਂ ਕਿਤਾਬੀ ਕੀੜੇ ਮੰਨੇ ਹੋਏ ਸੀ ਤੇ ਖਾਲੀ ਪੀਰੀਅਡਾਂ 'ਚ ਪਰਾਂ ਬੈਠ ਕੇ ਨਾਵਲ ਹੀ ਪੜ੍ਹਦੇ ਰਹਿੰਦੇ। ਕਿਤਾਬਾਂ ਦੀ ਸਾਂਝ ਸਹਿਜ ਰੂਪ ਸੀ, ਉਹਨਾਂ ਦੀ ਦੋਸਤੀ ਦੀਆਂ ਜੜ੍ਹਾਂ ਫੜਦੀ ਜਾ ਰਹੀ ਸੀ। ਗੁੱਜਾ ਜਿਹਾ ਮਾਨਸਿਕ ਅਹਿਸਾਸ ਕਿਤਾਬਾਂ ਤੋਂ ਬਗੈਰ ਵੀ ਸੀ, ਜਿਵੇਂ ਫੇਰ ਕਿਤਾਬਾਂ ਪਿੱਛੇ ਰਹਿੰਦੀਆਂ ਜਾ ਰਹੀਆਂ ਹੋਣ ਤੇ ਉਹਨਾਂ ਦੀ ਦੋਸਤੀ ਬਹੁਤ ਅੱਗੇ ਆ ਚੁੱਕੀ ਹੋਵੇ। ਸਕੂਲ ਸਟਾਫ 'ਚ ਉਹਨਾਂ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ, ਕਿਉਂਕਿ ਹਰਜੀਤ ਦਾ ਸੁਭਾਅ ਖੁੱਲ੍ਹਾ ਹੋਣ ਕਰਕੇ ਹਰ ਇੱਕ ਨਾਲ ਨਿੱਘ ਭਰਿਆ ਵਰਤਾਓ ਸੀ। ਦੂਜੇ ਅਧਿਆਪਕ ਵੀ ਉਹਨੂੰ ਚਾਹੁੰਦੇ ਤੇ ਉਹਦੇ ਨਾਲ ਚੰਦਰ ਪ੍ਰਕਾਸ਼ ਵੀ ਦੂਜੇ ਸਾਰੇ ਸਟਾਫ ਨਾਲ ਘੁਲ ਮਿਲ ਕੇ ਰਹਿੰਦਾ ਸੀ। ਉਹ ਜੇ ਹਰਜੀਤ ਲਈ ਕੋਈ ਕੰਮ ਕਰਦਾ ਤਾਂ ਦੂਜੇ ਅਧਿਆਪਕਾਵਾਂ ਦੇ ਕੰਮ ਵੀ ਆਉਂਦਾ ਸੀ। ਦੂਜੇ ਅਧਿਆਪਕ ਜਿਹੜੇ ਦੂਜੇ ਪਿੰਡਾਂ ਤੋਂ ਆਉਂਦੇ ਸੀ, ਉਹਨਾਂ ਲਈ ਬੁਢਲਾਡਾ ਮੰਡੀ ਕੋਈ ਚੀਜ਼ ਵਸਤ ਲਿਆ ਕੇ ਦੇਣ ਦਾ ਕੰਮ ਚੰਦਰ ਪ੍ਰਕਾਸ਼ ਹੀ ਕਰਦਾ। ਇਸ ਤਰ੍ਹਾਂ ਲੱਗਦਾ ਜਿਵੇਂ ਉਹ ਹੈਡਮਾਸਟਰ ਦਾ ਨਹੀਂ, ਸਾਰੇ ਸਟਾਫ ਦਾ ਗੁਲਾਮ ਹੋਵੇ। ਬਹੁਤ ਹੀ ਮਿੱਠ ਬੋਲੜਾ, ਬਹੁਤ ਹੀ ਮਦਦਗਾਰ ਤੇ ਬਹੁਤ ਹੀ ਸਮਝਦਾਰ ਤੇ ਤਿੱਖੀ ਬੁੱਧੀ ਦਾ ਮਾਲਕ। ਸਾਇੰਸ ਮਾਸਟਰ ਚੰਦਰ ਪ੍ਰਕਾਸ਼। ਹਰਜੀਤ 3 ਭਰਾਵਾਂ ਦੀ ਇੱਕੋ ਭੈਣ ਸੀ। ਉਹਨਾਂ ਦਾ ਟੱਬਰ ਇੱਧਰਲਾ ਨਹੀਂ ਸੀ, ਉਹ ਰਿਫਿਊਜੀ ਸੀ। ਹਰਜੀਤ ਦੇ ਦਾਦੇ ਪੜਦਾਦੇ ਕਦੇ ਪਾਕਿਸਤਾਨ 'ਚੋਂ ਆ ਕੇ ਇੱਥੇ ਬੁਢਲਾਡੇ ਵਸੇ ਸਨ। ਇੱਥੇ ਉਹਨਾਂ ਨੂੰ ਪਹਿਲਾਂ ਮੁਸਲਮਾਨ ਦਾ ਇੱਕ ਮਕਾਨ ਅਲਾਟ ਹੋਇਆ, 50 ਕਿੱਲੇ ਜ਼ਮੀਨ ਵੀ। ਉੱਧਰ ਪਾਕਿਸਤਾਨ 'ਚ ਉਹਦੇ ਦਾਦੇ ਪੜਦਾਦੇ ਕੋਲ ਇਹ ਤੋਂ ਵੀ ਵੱਧ ਜ਼ਮੀਨ ਸੀ। ਮੁਰੱਬੇ ਮਿਲੇ ਹੋਏ ਸੀ। ਪੜਦਾਦਾ ਫੌਜੀ ਅਫਸਰ ਸੀ। ਅੰਗਰੇਜ਼ਾਂ ਵੇਲੇ
ਪਹਿਲੀ ਵੱਡੀ ਸੰਸਾਰ ਜੰਗ 'ਚ ਉਹਨੇ ਵੱਡੀਆਂ ਮੱਲਾਂ ਮਾਰੀਆਂ ਸੀ। ਇਸੇ ਕਰਕੇ ਅੰਗਰੇਜ਼ ਸਰਕਾਰ ਨੇ ਉਹਨੂੰ ਇਨਾਮ ਵਜੋਂ ਮੁਰੱਬੇ ਦਿੱਤੇ ਸਨ। ਹਰਜੀਤ ਦੇ ਭਰਾ ਬਹੁਤਾ ਪੜ੍ਹੇ ਨਹੀਂ ਸਨ। ਉਹਨਾਂ ਨੇ ਕੀ ਲੈਣਾ ਸੀ ਬਹੁਤਾ ਪੜ੍ਹ ਕੇ, ਕਿਹੜਾ ਉਹਨਾਂ ਨੇ ਨੌਕਰੀ ਕਰਨੀ ਸੀ। ਜਦੋਂ ਉਹਨਾਂ ਕੋਲ 50 ਕਿੱਲੇ ਜ਼ਮੀਨ ਸੀ, ਉਹ ਤਾਂ ਖੁਦ ਸਰਦਾਰ ਸਨ। ਉਹਨਾਂ ਦਾ ਬਾਪ ਚਾਹੇ ਨਹੀਂ ਰਿਹਾ ਸੀ, ਪਰ ਉਹ ਜ਼ਮੀਨ ਨੂੰ ਐਨ ਵਧੀਆ ਬਣਾ ਗਿਆ। ਸਾਰੀ ਜ਼ਮੀਨ ਨੂੰ ਚਾਹੇ ਨਹਿਰੀ ਪਾਣੀ ਲੱਗਦਾ ਸੀ, ਪਰ ਉਹਨੇ ਫੇਰ ਵੀ 2 ਮੋਟਰਾਂ ਲਗਵਾ ਲਈਆਂ ਸੀ। ਇੱਕ ਓਰਾ ਵੀ ਜ਼ਮੀਨ ਅਜਿਹੀ ਨਹੀਂ ਸੀ ਜਿੱਥੇ ਪਾਣੀ ਨਾ ਪਹੁੰਚਦਾ ਹੋਵੇ। ਸਾਰੀ ਧਰਤੀ ਵਧੀਆ ਫਸਲ ਦਿੰਦੀ। ਹਾੜੀ ਸੌਣੀ ਦੋਵੇਂ ਰੁੱਤਾਂ ਵੇਲੇ ਲੱਖਾਂ ਰੁਪਏ ਆ ਡਿੱਗਦੇ। ਵੱਡੇ ਦੋਵੇਂ 10-10 ਜਮਾਤਾਂ ਹੀ ਪੜ੍ਹੇ ਸੀ। ਸਭ ਤੋਂ ਛੋਟਾ 10 ਵੀ ਨਹੀਂ ਸੀ, 9ਵੀਂ 'ਚੋਂ ਹੀ ਹਟ ਗਿਆ। ਉਹ ਖੇਤੀ 'ਚ ਘੱਟ ਦਿਲਚਸਪੀ ਲੈਂਦਾ, ਲਫੈਂਡ ਜਿਹਾ ਸੀ। ਦਾਰੂ ਪੀਣ ਲੱਗਿਆ ਸੀ। ਉਹਦਾ ਉੱਠਣ ਬੈਠਣ ਅਵਾਰਾ ਕਿਸਮ ਦੇ ਮੁੰਡਿਆਂ ਨਾਲ ਹੋ ਚੁੱਕਿਆ ਸੀ। ਇਸੇ ਕਰਕੇ ਉਹਦਾ ਵਿਆਹ ਨਹੀਂ ਹੋਇਆ ਸੀ। ਉਹ ਵਿਆਹ ਕਰਵਾ ਕੇ ਰਾਜ਼ੀ ਵੀ ਨਹੀਂ ਸੀ, ਬਸ ਐਵੇਂ ਜਿਵੇਂ ਰਹਿਣਾ ਚਾਹੁੰਦਾ ਸੀ। ਵੱਡੇ ਦੋਵੇਂ ਕਦੋਂ ਦੇ ਵਿਆਹੇ ਜਾ ਚੁੱਕੇ ਸੀ। ਉਹਨਾਂ ਦੇ ਤਾਂ ਗਾਂ ਧੀਆਂ ਪੁੱਤ ਵੀ ਸੀ। ਜਵਾਕਾਂ ਦਾ ਚਾਚਾ ਰਣਜੀਤ ਮਨ ਮਰਜ਼ੀ ਦਾ ਘਰੋਂ ਖਾਂਦਾ ਪੀਂਦਾ ਕਰੇ, ਖੇਤ ਵੀ ਵਗ ਜਾਂਦਾ, ਕੰਮ ਕਰਾਉਣ ਲੱਗਦਾ। ਪਰ ਉਹਦਾ ਅਜਿਹਾ ਸੁਭਾਅ ਸੀ ਕਿ ਕੰਮ ਵਿੱਚੋਂ ਹੀ ਛੱਡ ਕੇ ਪਿੰਡ ਨੂੰ ਤੁਰ ਪੈਂਦਾ। ਵੱਡੇ ਭਰਾ ਉਹਨੂੰ ਵਰਜਦੇ ਟੋਕਦੇ ਨਹੀਂ ਸੀ। ਉਹਨਾਂ ਨੂੰ ਪਤਾ ਸੀ ਰਣਜੀਤ ਨੂੰ ਜੇ ਛੇੜਿਆ ਤਾਂ ਵੱਢ ਖਾਣ ਨੂੰ ਪਏਗਾ। ਵੱਡਿਆਂ ਨੂੰ ਉਹਦਾ ਇੱਕ ਸੁੱਖ ਜ਼ਰੂਰ ਸੀ ਕਿ ਉਹਦੇ ਕਰਕੇ ਉਹਨਾਂ ਦਾ ਕੋਈ ਸ਼ਰੀਕ ਖਾਮਖਾਹ ਦਾ ਪੰਗਾ ਨਹੀਂ ਲੈਂਦਾ ਸੀ। ਜੱਟਾਂ ਦੇ 100 ਰਗੜੇ ਝਗੜੇ ਹੁੰਦੇ ਆ, ਐਵੇਂ ਨਿੱਕੀ ਜਿਹੀ ਗੱਲ ਪਿੱਛੇ ਖੈਬੜ ਪੈਣਗੇ। 2 ਕੁ ਵਾਰ ਅਜਿਹਾ ਕਦੇ ਹੋਇਆ ਤਾਂ ਰਣਜੀਤ ਨੇ ਸਭ ਨੂੰ ਮੂਹਰੇ ਲਾ ਲਿਆ। ਨੰਗੀ ਤਲਵਾਰ ਲੈ ਕੇ ਸਿੱਧਾ ਉਹਨਾਂ ਵਿਚਕਾਰ ਜਾ ਖੜਾ ਸੀ। ਜੇ ਵਿੱਚ ਬਚਾ ਨਾ ਹੁੰਦਾ ਤਾਂ ਉਹਨੇ ਸ਼ਰੀਕ ਦਾ ਕਤਲ ਕਰ ਦੇਣਾ ਸੀ। ਇਹੀ ਨਹੀਂ, ਉਹ ਤੀਜੇ ਹਿੱਸੇ ਦਾ ਮਾਲਕ ਵੀ ਸੀ। ਉਹਨੂੰ ਜ਼ਮੀਨ ਦੀ ਧੌਂਸ ਵੀ ਸੀ। ਘਰ 'ਚ ਕੌਣ ਬੋਲਦਾ ਉਹਦੇ ਸਾਹਮਣੇ। ਫਿਰ ਵੱਡੀਆਂ ਭਰਜਾਈਆਂ ਦਾ ਉਹ ਲਾਡਲਾ ਦਿਓਰ ਸੀ। ਬਾਹਰ ਕਿਧਰੇ ਚਾਹੇ ਉਹ ਕਿਵੇਂ ਸੀ, ਪਰ ਘਰ 'ਚ ਭਰਜਾਈਆਂ ਸਾਹਮਣੇ ਅੱਖ ਨਹੀਂ ਚੱਕਦਾ ਸੀ। ਜਿਵੇਂ ਦੂਜੇ ਨਿਆਣਿਆਂ ਵਿੱਚ ਉਹ ਵੀ ਨਿਆਣਾ ਹੋਵੇ। ਉਹ ਵੀ ਉਹਨੂੰ ਬਰਾਬਰ ਦਾ ਖਾਣ ਨੂੰ ਦਿੰਦੀਆਂ। ਮਾਂ ਜਿਉਂਦੀ ਸੀ, ਬੁੜੀ ਰਣਜੀਤ ਨੂੰ ਉਹ ਵੀ ਨਹੀਂ ਕਹਿਣ ਦਿੰਦੀ ਸੀ। ਰਣਜੀਤ ਨੂੰ ਜੇ ਚੰਗਾ ਖਾਣ ਪੀਣ ਨੂੰ ਮਿਲਦਾ ਤਾਂ ਨੂੰਹਾਂ ਵੱਲੋਂ ਇਹ ਵੀ ਸੱਸ ਦਾ ਆਦਰ ਹੀ ਸੀ। ਮਾਂ ਆਖਦੀ, ਵੇ ਰਣਜੀਤ, ਵਿਆਹ ਕਰਵਾ ਲੈ, ਫੇਰ ਕਦੋਂ ਕਰਾਏਂਗਾ। ਮਾਂ, ਵਿਆਹ ਨੂੰ ਕੀ ਹੈ, ਆ ਵੱਡੇ ਵਿਆਹੇ ਤਾਂ ਹੋਏ ਆ, ਮੈਨੂੰ ਕੀ ਹੈ। ਉਹ ਲਾਚੜ ਕੇ ਵਿੱਚ ਹੀ ਜਵਾਬ ਦਿੰਦਾ, ਵੇ ਵੱਡਿਆਂ ਦੀ ਗੱਲ ਵੱਡਿਆਂ ਨਾਲ ਰਹੀ, ਤੂੰ ਵੀ ਆਪਦਾ ਘਰ ਵਸਾ। ਕੀ ਹੈ ਵਿਆਹ ਨੂੰ ਮਾਂ, ਐਵੇਂ ਠੀਕ ਹੈ। ਮੈਂ ਤੇਰੀ ਬਹੂ ਦਾ ਮੂੰਹ ਕਦੋਂ ਦੇਖੂੰਗੀ ਫਿਰ। ਮੇਰਾ ਤਾਂ ਚੰਦ ਰੋਜ਼ ਦਾ ਮੇਲਾ। ਤੂੰ ਵੱਡੀਆਂ ਦੇ ਮੂੰਹ ਦੇਖੀ ਜਾਇਆ ਕਰ। ਵੇ ਫੋਟ, ਤੂੰ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਤੂੰ ਆਪਦੀ ਬਹੂ ਦੀਆਂ ਪੱਕੀਆਂ ਖਾ, ਬਗਾਨੇ ਹੱਥਾਂ ਕੰਨੀ ਝਾਕਦਾ। ਇਹਨਾਂ ਦਾ ਕੀ ਲੱਗਦਾ ਤੂੰ। ਇਹ ਤਾਂ ਮੈਂ ਹੀ ਹਾਂ, ਜਿੰਨਾ ਚਿਰ ਬੈਠੀ ਹਾਂ ਪਿੱਛੋਂ ਤੈਨੂੰ ਕਿਸੇ ਨੇ ਨਹੀਂ ਸਿਆਣਨਾ। ਮੈਂ ਤੀਜੇ ਹਿੱਸੇ ਦਾ ਮਾਲਕ ਆ ਮਾਂ। ਰੋਟੀ ਮੈਨੂੰ ਮੇਰੀ ਜ਼ਮੀਨ ਦਿੰਦੀ ਆ, ਇਹ ਭਰਜਾਈਆਂ ਨਹੀਂ ਦਿੰਦੀਆਂ। ਮੇਰੀ ਤਾਂ ਇਕੱਲੀ ਰੋਟੀ ਹੈ, ਹੋਰ ਕੀ ਮੰਗਦਾ ਮੈਂ। ਗੱਲਾਂ ਮਾਰੀ ਜਾਂਦੀਆਂ ਐਵੇਂ। ਉਹ ਝੂਠੀ ਮੁੱਠੀ ਦਾ ਗੁੱਸੇ ਹੋਣ ਲੱਗਦਾ। ਬੁੜੀ ਜਮਾ ਹੀ ਖਹਿੜਾ ਨਹੀਂ ਛੱਡਦੀ ਸੀ ਤਾਂ ਉਹ ਬਣਾ ਸਵਾਰ ਕੇ ਜਵਾਬ ਦਿੰਦਾ, ਮਾਂ ਤੂੰ ਸਮਝਦੀ ਨਹੀਂ, ਮੈਥੋਂ ਵੱਡੀ ਤਾਂ ਹਰਜੀਤ ਹੈ। ਜਦੋਂ ਹਰਜੀਤ ਬੈਠੀ ਹੈ, ਮੈਂ ਪਹਿਲਾਂ ਇਹ ਤੋਂ ਵਿਆਹ ਕਿਵੇਂ ਕਰਵਾ ਲਾਂ। ਹਰਜੀਤ ਤੋਂ ਪਿੱਛੋਂ ਮੇਰੀ ਵਾਰੀ ਹੈ, ਕਮਲੀ ਮਾਂ। ਬੁੜੀ ਚੁੱਪ ਹੋ ਜਾਂਦੀ, ਹਰਜੀਤ ਬਾਰੇ ਸੋਚਣ ਲੱਗਦੀ। ਰਣਜੀਤ ਉਹਦੇ ਦਿਮਾਗ 'ਚੋਂ ਨਿਕਲ ਚੁੱਕਿਆ ਹੁੰਦਾ। ਚੰਦਰ ਪ੍ਰਕਾਸ਼ ਕਦੇ ਕੋਈ ਸਕੂਲ ਦਾ ਬਹਾਨਾ ਬਣਾ ਕੇ ਬੁਢਲਾਡੇ ਹਰਜੀਤ ਦੇ ਘਰ ਆ ਜਾਂਦਾ। ਉਹ ਅਲੱਗ ਬੈਠਕ 'ਚ ਆਪਣੀਆਂ ਗੱਲਾਂ ਕਰਦੇ, ਇਕੱਠੇ ਚਾਹ ਪੀਂਦੇ। ਉਹਨਾਂ ਦੇ ਪਰਿਵਾਰ 'ਚ ਚੰਦਰ ਪ੍ਰਕਾਸ਼ ਨੂੰ ਸਾਊ ਮੰਨਿਆ ਜਾਂਦਾ। ਉਹ ਆਉਂਦਾ ਤਾਂ ਹਰਜੀਤ ਦੀ ਮਾਂ ਦੇ ਪੈਰੀਂ ਹੱਥ ਲਾ ਕੇ ਮੱਥਾ ਟੇਕਦਾ। ਦੋਵੇਂ ਖਾਸਾ ਚਿਰ ਗੱਲਾਂ ਮਾਰੀ ਜਾਂਦੇ, ਇੱਧਰ ਉੱਧਰ ਦੀਆਂ। ਕੁਝ ਦੇਰ ਤਾਂ ਮਾਂ ਬੈਠਕ 'ਚ ਉਹਨਾਂ ਕੋਲ ਬਹਿੰਦੀ, ਫਿਰ ਉੱਠ ਕੇ ਪਰਾਂ ਹੋ ਜਾਂਦੀ। ਸੋਚਦੀ ਇਹਨਾਂ ਨੇ ਕੋਈ ਸਕੂਲ ਦੀ ਗੱਲ ਕਰਨੀ ਹੋਊਗੀ। ਹਰਜੀਤ ਮਾਂ ਨੂੰ ਕਈ ਵਾਰ ਦੱਸ ਚੁੱਕੀ ਸੀ ਕਿ ਮਾਸਟਰ ਚੰਗਾ ਬਹੁਤ ਹੈ, ਸਾਰਿਆਂ ਦੇ ਘਰੇ ਆਉਂਦਾ ਜਾਂਦਾ, ਸਕੂਲ 'ਚ ਹਰ ਕਿਸੇ ਦੇ ਕੰਮ ਆਉਂਦਾ ਹੈ, ਇਹਨੂੰ ਗਿਆਨ ਬਹੁਤ ਹੈ। ਉਹੀ ਉਹਦੇ ਪੜ੍ਹਨ ਲਈ ਬਠਿੰਡੇ ਤੋਂ ਕਿਤਾਬਾਂ ਲਿਆ ਕੇ ਦਿੰਦਾ। ਤਿੰਨੇ ਭਰਾਵਾਂ ਭਰਜਾਈਆਂ ਤੇ ਮਾਂ ਨੇ ਕਦੇ ਨਹੀਂ ਪੁੱਛਿਆ ਸੀ ਕਿ ਚੰਦਰ ਪ੍ਰਕਾਸ਼ ਕਿੱਥੋਂ ਦਾ ਹੈ ਜਾਂ ਕੌਣ ਹੈ। ਉਹ ਤਾਂ ਸਿਰਫ ਇੰਨਾ ਜਾਣਦੇ ਆ ਕਿ ਮਾਸਟਰ ਚੰਦਰ ਪ੍ਰਕਾਸ਼ ਹੈ ਤੇ ਉਹਨਾਂ ਦੀ ਕੁੜੀ ਨਾਲ ਦਾਤੇਵਾਸ ਪੜ੍ਹਾਉਂਦਾ ਹੈ। ਘਰ ਆ ਜਾਂਦਾ ਹੈ ਤਾਂ ਕੀ ਹੈ, ਕੁੜੀ ਨਾਲ ਖਾਸੀ ਦੇਰ ਗੱਲਾਂ ਕਰਦਾ ਰਹਿੰਦਾ ਤਾਂ ਕੀ ਹੈ। ਉੱਥੇ ਸਕੂਲ ਵਿੱਚ ਵੀ ਉਹ ਇਕੱਠੇ ਰਹਿੰਦੇ ਹਨ, ਚੰਗਾ ਮੁੰਡਾ। ਕੁੜੀ ਨੂੰ ਤਾਂ ਸਗੋਂ ਇਹਦਾ ਸਹਾਰਾ ਹੀ ਹੈ। ਅੰਗ 12ਵਾਂ। ਸਕੂਲ 'ਚ ਉਹ ਬਹੁਤੀ ਗੱਲਬਾਤ ਨਹੀਂ ਕਰਦੇ ਸੀ, ਮਤਲਬ ਦਾ ਹੀ ਬੋਲਦੇ। ਚੰਦਰ ਪ੍ਰਕਾਸ਼ ਕਦੇ ਕਦੇ ਉਹਨਾਂ ਦੇ ਘਰ ਹੀ ਜਾਂਦਾ ਸੀ। ਉਹ 15-20 ਦਿਨਾਂ ਬਾਅਦ ਹੀ ਕਿਸੇ ਦਿਨ ਸਕੂਲ ਨੂੰ ਛੁੱਟੀ ਦੀਆਂ ਅਰਜ਼ੀਆਂ ਭੇਜ ਦਿੰਦੇ। ਫਿਰ ਮਿੱਥੇ ਹੋਏ ਸਮੇਂ ਅਨੁਸਾਰ ਬੁਢਲਾਡੇ ਤੋਂ ਬਠਿੰਡੇ ਵੱਲ ਜਾਂ ਉੱਧਰ ਜਾਖਲ ਵੱਲ ਜਾਣ ਲਈ ਗੱਡੀ ਚੜ੍ਹ ਜਾਂਦੇ। ਸਟੇਸ਼ਨ ਤੋਂ ਤਾਂ ਅੱਡ ਚੜ੍ਹਦੇ, ਫਿਰ ਰਾਹ 'ਚ ਕਿਸੇ ਸਟੇਸ਼ਨ ਉੱਤੇ ਇੱਕੋ ਡੱਬੇ 'ਚ ਹੋ ਜਾਂਦੇ।
ਕਿਸੇ ਵੀ ਸਟੇਸ਼ਨ ਉੱਤੇ ਉਤਰ ਜਾਂਦੇ। ਉਹਨਾਂ ਲਈ ਉੱਚੀਆਂ ਉੱਚੀਆਂ ਫਸਲਾਂ, ਰੁੱਖਾਂ ਦੇ ਝੁੰਡ ਜਾਂ ਐਵੇਂ ਹੀ ਕੋਈ ਸੁੰਨੀ ਥਾਂ ਕੁਝ ਸਮੇਂ ਲਈ ਟਿਕਾਣਾ ਹੁੰਦੀ। ਇੱਕ ਭੱਲ ਜੀ ਮਟਾਉਣ ਆਉਂਦੇ ਤੇ ਵਾਪਸ ਟ੍ਰੇਨ ਚੜ੍ਹ ਕੇ ਬੁਢਲਾਡੇ ਆ ਉਤਰਦੇ, ਵੱਖਰੇ ਵੱਖਰੇ ਜੇ ਹੋ ਕੇ। ਅਜਿਹਾ ਕੁਛ ਉਹ ਮਹੀਨੇ 'ਚ 1-2 ਵਾਰ ਜ਼ਰੂਰ ਕਰਦੇ। ਕਦੇ ਬੱਸ ਅੱਡੇ ਜਾਂਦੇ, ਪਹਿਲਾਂ ਪਿੱਛੋਂ ਜੇ ਭੀਖੀ ਜਾ ਕੇ ਇਕੱਠੇ ਹੋ ਜਾਂਦੇ, ਇੱਧਰ ਸੁਨਾਮ ਵੱਲ ਕਿਧਰੇ ਨਿਕਲ ਜਾਂਦੇ ਜਾਂ ਮੌੜ ਮੰਡੀ ਵੱਲ। ਵਕਤ ਗੁਜ਼ਾਰ ਕੇ ਬਾਜੀਗਰਾਂ ਵਾਂਗ ਆਥਣ ਨੂੰ ਬੁਢਲਾਡੇ ਆ ਜਾਂਦੇ। ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਸੀ। ਦੋਵੇਂ ਅੱਕੇ ਜੇ ਪਏ ਸੀ, ਦੋਵੇਂ ਜਿਵੇਂ ਕਿਸੇ ਕਾਹਲ 'ਚ ਹੋਣ। ਇੱਕ ਦਿਨ ਦੋਵਾਂ ਨੇ ਫੈਸਲਾ ਕੀਤਾ ਕਿ ਉਹ ਇੱਕ ਹੋ ਜਾਣ ਤੇ ਘਰ ਵਸਾ ਲੈਣ। ਕੀ ਮਾੜਾ ਸੀ? ਦੋਵੇਂ ਇੱਕ ਦੂਜੇ ਨੂੰ ਕਿੰਨਾ ਜਾਣਦੇ ਸੀ। ਦੋਵੇਂ ਸਮਝਦਾਰ ਸੀ। ਪੱਕੀ ਸਰਕਾਰੀ ਨੌਕਰੀ 'ਚ ਹੈ। ਚੰਦਰ ਪ੍ਰਕਾਸ਼ ਨੂੰ ਤਾਂ ਪਤਾ ਸੀ ਕਿ ਉਹ ਜੱਟਾਂ ਦੀ ਕੁੜੀ ਹੈ, ਪਰ ਹਰਜੀਤ ਨੇ ਕਦੇ ਪੁੱਛਿਆ ਨਹੀਂ ਸੀ ਕਿ ਉਹ ਕਿਸ ਜ਼ਾਤ ਦਾ ਹੈ। ਜੱਟਾਂ ਦੇ ਮੁੰਡਿਆਂ ਵਾਂਗ ਗੱਲਾਂ ਕਰਦਾ, ਜੱਟ ਹੀ ਲੱਗਦਾ। ਉਹਦੀ ਜਾਤ ਤਾਂ ਕਦੇ ਹਰਜੀਤ ਨੇ ਪੁੱਛੀ ਨਹੀਂ ਸੀ। ਇੰਨਾ ਜ਼ਰੂਰ ਪਤਾ ਸੀ ਕਿ ਅਕਾਲਗੜ੍ਹ ਸ਼ਹਿਰ ਦੇ ਪਿੰਡ ਦੌਲਤਪੁਰ ਦਾ ਹੈ। ਇਹ ਵੀ ਨਹੀਂ ਪੁੱਛਿਆ ਕਿ ਉਹਦਾ ਬਾਪ ਕੰਮ ਕੀ ਕਰਦਾ ਹੈ। ਪਰ ਇੱਕ ਦਿਨ ਗੱਲਾਂ ਖੁੱਲ੍ਹ ਗਈਆਂ। ਗੱਲਾਂ ਵਿੱਚ ਹੀ ਪਹਿਲਾਂ ਤਾਂ ਬਹੁਤ ਹੈਰਾਨ ਹੋਈ ਤੇ ਉਦਾਸ ਵੀ। ਚਿਹਰਾ ਹੀ ਬਦਲ ਗਿਆ। ਚੰਦਰ ਪ੍ਰਕਾਸ਼ ਹਿੰਦੂ ਘੁਮਿਆਰਾਂ ਦਾ ਮੁੰਡਾ ਹੈ ਤੇ ਉਹਦਾ ਬਾਪ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ। ਉਹ ਜੱਟ ਨਹੀਂ ਹੈ। ਹਰਜੀਤ ਦੇ ਦਿਮਾਗ ਨੂੰ ਇੱਕ ਵੱਡਾ ਝਟਕਾ ਸੀ। ਉਹ ਸੁਨਾਮ ਦੇ ਬੱਸ ਅੱਡੇ ਤੋਂ ਇੱਕ ਚਾਹ ਦੀ ਦੁਕਾਨ ਵਿੱਚੋਂ ਬਾਹਰ ਨਿਕਲੇ ਸੀ। ਪੈਰੀਂ ਤੁਰਦੇ ਹੀ ਦੂਰ ਉਜਾੜ 'ਚ ਕਿਧਰੇ ਜਾ ਬੈਠੇ ਸੀ। ਲੱਗਦਾ ਸੀ ਜਿਵੇਂ ਕੋਈ ਔਰਤ ਮਰਦ ਇੱਧਰ ਕਿਧਰੇ ਸ਼ਹਿਰ ਤੋਂ ਦੂਰ ਘੁੰਮਣ ਫਿਰਨ ਆਏ ਹੋਣ। ਉਹਨਾਂ ਦੇ ਹੱਥਾਂ 'ਚ ਕੋਈ ਸਮਾਨ ਨਹੀਂ ਸੀ। ਤੇ ਫਿਰ ਹਰਜੀਤ ਨੇ ਆਪਣਾ ਚਿਹਰਾ ਬਦਲਿਆ, ਜਿਵੇਂ ਸੰਭਲ ਜਾਣ ਦੀ ਕੋਸ਼ਿਸ਼ ਕਰਦੀ ਹੋਵੇ। ਉਹ ਕੋਲ ਹੋ ਕੇ ਬੈਠੇ ਸਨ। ਹਰਜੀਤ ਨੇ ਆਪਣਾ ਸਿਰ ਚੰਦਰ ਪ੍ਰਕਾਸ਼ ਦੇ ਮੋਢੇ ਨਾਲ ਘੁੱਟ ਲਿਆ। ਉਹਦਾ ਇੱਕ ਹੱਥ ਫੜ ਕੇ ਕਹਿਣ ਲੱਗੀ, ਤੂੰ ਤਾਂ ਮੇਰਾ ਜੱਟ ਹੀ ਹੈ। ਚੰਦਰ ਪ੍ਰਕਾਸ਼ ਜਿਵੇਂ ਬੇਸੁੱਧ ਹੋਇਆ ਤੇ ਬੇਹੱਦ ਪਿਘਲਿਆ ਬੈਠਾ ਹੋਵੇ। ਉਹਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਹ ਕੀ ਬੋਲੀ ਹੈ। ਉਹਨੂੰ ਤਾਂ ਬਸ ਇੰਨਾ ਅਹਿਸਾਸ ਸੀ ਕਿ ਉਹਦੇ ਸਰੀਰ ਨੂੰ ਕੱਦੂ ਦੀ ਵੇਲ ਵਾਂਗ ਲਿਪਟੀ ਬੈਠੀ ਹੈ ਤੇ ਉਹਦੇ ਸਰੀਰ ਦਾ ਹਿੱਸਾ ਹੀ ਬਣੀ ਹੋਈ ਹੈ, ਜਿਵੇਂ ਉਹ ਸਾਰੀ ਦੀ ਸਾਰੀ ਉਹਦਾ ਆਪਣਾ ਵਜੂਦ ਹੈ। ਇਹ ਸਿਆਲ ਰੁੱਤ ਦਾ ਇੱਕ ਨਿਖਰਿਆ ਹੋਇਆ ਦਿਨ ਸੀ ਤੇ ਹੁਣ ਸੂਰਜ ਉੱਚੇ ਰੁੱਖਾਂ ਦੇ ਪਿੱਛੇ ਜਾ ਖੜੋਤਾ ਸੀ। ਉਹਨਾਂ ਨੂੰ ਸੁਨਾਮ ਤੋਂ ਬੁਢਲਾਡਾ ਖਾਸਾ ਦੂਰ ਲੱਗਣ ਲੱਗਿਆ ਤੇ ਉੱਠ ਖੜੇ। ਹਰਜੀਤ ਨੇ ਆਪਣੇ ਦੋਵੇਂ ਹੱਥਾਂ ਦੇ ਪਰਛਾਵੇਂ ਜਿਹੇ ਮਾਰ ਕੇ ਕੱਪੜੇ ਝਾੜੇ ਤੇ ਚੰਦਰ ਪ੍ਰਕਾਸ਼ ਦੇ ਅੱਗੇ ਹੋ ਕੇ ਤੁਰਨ ਲੱਗੀ। ਅਗਲੀ ਵਾਰ ਜਦੋਂ ਚੰਦਰ ਪ੍ਰਕਾਸ਼ ਹਰਜੀਤ ਦੇ ਘਰ ਆਇਆ, ਉਹਦੀਆਂ ਅੱਖਾਂ 'ਚ ਚਮਕ ਸੀ, ਚਿਹਰੇ ਤੇ ਪੂਰੀ ਰੌਣਕ ਤੇ ਉਹਦੇ ਦਿਮਾਗ 'ਚ ਸੁਪਨੇ ਪੂਰੀ ਗਤੀ ਨਾਲ ਘੁੰਮ ਰਹੇ ਸੀ। ਆਪਣੀ ਰਿਹਾਇਸ਼ ਤੋਂ ਹਰਜੀਤ ਦੇ ਘਰ ਤੱਕ ਸਕੂਟਰ ਤੇ ਉਹ ਮੂੰਹ ਦੀਆਂ ਸੀਟੀਆਂ ਵਜਾਉਂਦਾ ਆਇਆ ਸੀ। ਉਹ ਫਿਲਮੀ ਗੀਤ ਗਾ ਰਿਹਾ ਸੀ। ਉਹਨਾਂ ਦਾ ਪਿੰਡਾਂ ਵਰਗਾ ਘਰ ਸੀ। ਦਰਵਾਜ਼ੇ ਦਾ ਗੇਟ ਹਮੇਸ਼ਾ ਖੁੱਲ੍ਹਾ ਰਹਿੰਦਾ। ਕੋਈ ਬੈਲ ਨਹੀਂ ਸੀ। ਘਰ 'ਚ ਕੋਈ ਕੁੱਤਾ ਵੀ ਨਹੀਂ ਸੀ। ਵਿਹੜੇ 'ਚ ਆ ਕੇ ਖੜਾ ਬੰਦਾ ਮੂੰਹੋਂ ਕੁਝ ਬੋਲਦਾ ਤਾਂ ਕਿਸੇ ਨਾ ਕਿਸੇ ਨੂੰ ਪਤਾ ਲੱਗ ਜਾਂਦਾ। ਆਉਣ ਵਾਲੇ ਦਾ ਝੱਟ ਸਵਾਗਤ ਹੁੰਦਾ। ਚੰਦਰ ਪ੍ਰਕਾਸ਼ ਦਾ ਸਕੂਟਰ ਵਿਹੜੇ 'ਚ ਜਾ ਕੇ ਖੜਾ ਤਾਂ ਹਰਜੀਤ ਹੀ ਕਮਰੇ 'ਚੋਂ ਬਾਹਰ ਆਈ। ਹਮੇਸ਼ਾ ਵਾਂਗ ਉਹਦਾ ਚਿਹਰਾ ਖਿੜਿਆ ਹੋਇਆ ਸੀ। ਉਹ ਚੰਦਰ ਪ੍ਰਕਾਸ਼ ਤੱਕ ਬੜੀ ਤੇਜ਼ੀ ਨਾਲ ਚੱਲ ਕੇ ਖਿੜੇ ਮੱਥੇ ਪਹੁੰਚੀ ਤੇ ਉਹਨੂੰ ਤੁਰੰਤ ਹੀ ਸਿੱਧਾ ਬੈਠਕ 'ਚ ਲੈ ਗਈ। ਸਾਰੇ ਟੱਬਰ ਨੂੰ ਬਿੜਕ ਹੋ ਚੁੱਕੀ ਸੀ ਕਿ ਹਰਜੀਤ ਦੇ ਸਕੂਲ ਦਾ ਮਾਸਟਰ ਆਇਆ ਤੇ ਇਹ ਸਮਝ ਵੀ ਕਿ ਹੁਣ ਇਹਨੂੰ ਬੈਠਕ 'ਚ ਲੈ ਕੇ ਜਾਣਾ ਹਰਜੀਤ ਦਾ ਕੰਮ ਹੈ। ਸਿਆਲਾਂ ਦੇ ਦਿਨ ਸੀ। ਸਾਰਾ ਟੱਬਰ ਸਰੋਂ ਦੇ ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾ ਕੇ, ਖੱਟੀ ਲੱਸੀ ਤੇ ਡਕਾਰ ਮਾਰ ਕੇ ਇੱਧਰ ਉੱਧਰ ਖਿੰਡਿਆ ਬੈਠਾ ਸੀ। ਕੋਈ ਕਮਰੇ 'ਚ ਕਿਧਰੇ ਸੀ, ਕੋਈ ਕਿਸੇ ਖੂੰਜੇ ਬੈਠਾ ਧੁੱਪ ਸੇਕ ਰਿਹਾ ਸੀ। ਤਿੰਨੇ ਮੁੰਡੇ ਘਰ 'ਚ ਨਹੀਂ ਸਨ। ਦੋਵੇਂ ਭਰਜਾਈਆਂ ਰਸੋਈ ਦਾ ਕੰਮ ਨਿਬੇੜ ਚੁੱਕੀਆਂ ਸੀ ਤੇ ਅੰਦਰ ਕਿਧਰੇ ਸਨ। ਮਾਂ ਵੀ ਪਤਾ ਨਹੀਂ ਕਿੱਥੇ ਸੀ। ਘਰ 'ਚ ਸੀ ਵੀ ਕਿ ਨਹੀਂ ਪਤਾ ਨਹੀਂ ਤਾਂ ਪਹਿਲਾਂ ਉਹ ਚੰਦਰ ਪ੍ਰਕਾਸ਼ ਨੂੰ ਬੈਠਕ 'ਚ ਆ ਕੇ ਮਿਲਦੀ, ਉਹਦੀ ਸਤਿ ਸ੍ਰੀ ਅਕਾਲ ਮੰਨ ਕੇ ਉਹਦੇ ਨਾਲ 2-4 ਗੱਲਾਂ ਵੀ ਮਾਰ ਜਾਂਦੇ। ਹਰਜੀਤ ਤੇ ਚੰਦਰ ਪ੍ਰਕਾਸ਼ ਬੈਠਕ 'ਚ ਅੱਡੋ ਅੱਡ ਜਿਹੇ ਹੋ ਕੇ ਬੈਠੇ ਸਕੂਲ ਦੀਆਂ ਗੱਲਾਂ ਕਰ ਰਹੇ ਸੀ ਕਿ ਉਹਦੀ ਛੋਟੀ ਭਰਜਾਈ ਚਾਹ ਦੇ 2 ਗਲਾਸ ਤੇ ਕੱਚ ਦੀ ਪਲੇਟ ਵਿੱਚ ਖੋਏ ਦੀਆਂ ਪਿੰਨੀਆਂ ਰੱਖੀ। ਉਸ ਦਿਨ ਐਤਵਾਰ ਸੀ। ਉਹਨਾਂ ਨੂੰ ਕੋਈ ਕਾਹਲ ਨਹੀਂ ਸੀ। ਚਾਹ ਪੀਣ ਤੋਂ ਬਾਅਦ ਹਰਜੀਤ ਬੋਲੀ, ਬਾਹਰ ਧੁੱਪ 'ਚ ਬੈਠੀਏ? ਇੱਥੇ ਠੰਡ ਬੜੀ ਹੈ। ਨਹੀਂ, ਇੱਥੇ ਠੀਕ ਹਾਂ। ਵਿਹੜੇ 'ਚ ਟੱਬਰ ਸਾਹਮਣੇ ਸਵਾਰ ਕੇ ਗੱਲ ਨਹੀਂ ਹੁੰਦੀ। ਚੰਦਰ ਪ੍ਰਕਾਸ਼ ਨੇ ਜਵਾਬ ਦਿੱਤਾ, ਅੱਜ ਕੋਈ ਖਾਸ ਗੱਲ ਕਰਨੀ ਹੈ? ਗੱਲਾਂ ਤਾਂ ਉਹੀ ਨੇ ਜੋ ਕਦੇ ਮੁੱਕਣੀਆਂ ਨਹੀਂ। ਹਰਜੀਤ ਨੇ ਮੁਸਕਰਾ ਕੇ ਜਵਾਬ ਦਿੱਤਾ, ਮੈਂ ਇਹ ਕਹਿਣਾ ਵੀ ਤੂੰ ਕੀ ਸੋਚਿਆ? ਕਾਹਦੇ ਬਾਰੇ ਸੋਚਣਾ ਸੀ? ਕੋਈ ਪ੍ਰੋਗਰਾਮ ਬਣਾ। ਨਿੱਤ ਦੀ ਹਿੱਬੜ ਮੁੱਕੇ। ਪ੍ਰੋਗਰਾਮ ਤਾਂ ਬਣੀ ਜਾਂਦੇ ਨੇ ਜਾਂ ਆਉਣੇ ਆ, ਏਦੂ ਵੱਧ ਕੀ ਹੋਰ? ਮੈਂ ਤੇਰੇ ਮੂੰਹ ਕੰਨੀ ਝਾਕਦਾ ਰਹਿਣਾ, ਤੂੰ ਗੱਲ ਤੇ ਕਿਉਂ ਨਹੀਂ ਆਉਂਦੀ? ਦੇਖ ਚੰਦਰ ਪ੍ਰਕਾਸ਼, ਮੈਂ ਤੇਰੀ ਸਭ ਕੁਛ ਹਾਂ।
ਮੈਂ ਤੇਰੇ ਰੋਮ ਰੋਮ 'ਚ ਸਮਾਈ ਹੋਈ ਹਾਂ। ਜਿਹੜੀ ਗੱਲ ਤੂੰ ਚਾਹੁੰਦਾ ਹੈ ਉਹ ਮੁਸ਼ਕਿਲ ਹੈ। ਕੀ ਮੁਸ਼ਕਿਲ ਹੈ? ਤੇਰੇ ਮੇਰੇ 'ਚ ਹੁਣ ਬਾਕੀ ਕੀ ਰਹਿ ਗਿਆ? ਕਿੰਨੇ ਸਾਲਾਂ ਤੋਂ ਆਪਾਂ ਉਜਾੜ ਬੀਆਬਾਨਾਂ 'ਚ ਜਾ ਕੇ ਧੱਕੇ ਖਾਂਦੇ ਫਿਰਦੇ ਹਾਂ। ਕਿਉਂ ਨਾ ਹੁਣੇ ਭਟਕਣ ਮੁਕਾ ਲਈਏ ਤੇ ਟਿੱਕੇ ਇੱਕਦਮ ਬਹਿ ਜਾਈਏ। ਦੇਖ ਚੰਦਰ ਪ੍ਰਕਾਸ਼, ਅਸੀਂ ਜੱਟ ਹੁੰਦੇ ਹਾਂ। ਜੱਟ ਹੋਰ ਕਿਸੇ ਜਾਤ ਦੀ ਤੀਵੀਂ ਘਰ ਲਿਆ ਕੇ ਵਸਾ ਲਵੇ ਤਾਂ ਕੋਈ ਨਹੀਂ ਪੁੱਛਦਾ। ਤੀਵੀਂ ਜਵਾਕ ਜੰਮ ਲੈਂਦੀ ਹੈ ਜੱਟ ਦੇ, ਉਹ ਜਵਾਕ ਗਾਂ ਜੱਟ ਹੀ ਹੁੰਦੇ ਆ। ਜੱਟਾਂ ਦੇ ਹੀ ਅੱਗੇ ਵਿਆਹੀ ਮੰਗੇ ਜਾਂਦੇ ਆ। ਤੀਵੀਂ ਦੀ ਜਾਤ ਨੂੰ ਕੋਈ ਨਹੀਂ ਪੁੱਛਦਾ ਗੌਲਦਾ। ਪਰ ਜੱਟ ਕਦੇ ਵੀ ਆਪਣੀ ਧੀ ਕਿਸੇ ਗੈਰ ਜੱਟ ਨੂੰ ਨਹੀਂ ਦਿੰਦੇ। ਮਰ ਮਿਟ ਜਾਣਗੇ, ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ। ਇਹ ਇਹਨਾਂ ਦੀ ਕਲਚਰ ਤੇ ਸਮਾਜ ਦਾ ਸਵਾਲ ਹੈ, ਅਣਖ ਦਾ ਵੱਡਾ ਸਵਾਲ ਹੈ। ਕੀ ਗੱਲਾਂ ਕਰਦੀਆਂ ਹਰਜੀਤ, ਤੈਨੂੰ ਪਤਾ ਨਹੀਂ ਹੁਣ ਇਹ ਗੱਲਾਂ ਨਹੀਂ ਰਹੀਆਂ। ਅੱਜ ਕੱਲ੍ਹ ਜਿਹੜੀ ਕਲਚਰ ਰਹਿ ਗਈ ਸਭ ਇੱਕੋ ਬਣਿਆ ਪਿਆ ਤੇ ਤੂੰ ਜੱਟਾਂ ਦੀ ਗੱਲ ਕਰਦੀ ਹੈ। ਹੁਣ ਤਾਂ ਬਾਹਮਣਾ ਬਾਣੀਆਂ ਦੀਆਂ ਕੁੜੀਆਂ ਵੀ ਮਜ਼੍ਹਬੀ ਰਾਮਦਾਸੀਆਂ ਦੇ ਘਰੇ ਵਸਦੀਆਂ। ਨਹੀਂ ਚੰਦਰ ਪ੍ਰਕਾਸ਼, ਇਹ ਪੋਸੀਬਲ ਨਹੀਂ। ਮੇਰੇ ਤਿੰਨੇ ਭਰਾ ਬੜੇ ਖਰਾਂਟ ਨੇ। ਛੋਟਾ ਰਣਜੀਤ ਤਾਂ ਅੱਗ ਦੀ ਨਾਲ ਹੈ। ਤੈਨੂੰ ਮਾਰ ਦੇਣਗੇ ਜਾਂ ਮੈਨੂੰ ਨਹੀਂ ਛੱਡਣਾ। ਇਹ ਤੂੰ ਰਹਿਣ ਦੇ, ਆਪਾਂ ਕੋਰਟ ਮੈਰਿਜ ਕਰਾ ਲੈਂਦੇ ਹਾਂ, ਫੇਰ ਕਿਹੜਾ ਬੋਲ ਜੂ। ਆਪਾਂ ਨੂੰ ਕੀ ਕਰ ਦੂ ਕੋਈ? ਐਵੇਂ ਤੈਨੂੰ ਡਰ ਜਿਹਾ ਹੈ। ਮਾਪੇ ਧੀ ਨਹੀਂ ਸਿੱਟਦੇ ਹੁੰਦੇ। ਇੰਨੀ ਕੁ ਗੱਲ ਤਾਂ ਮੈਂ ਵੀ ਜਾਣਦਾ। ਇੱਥੇ ਪੰਜਾਬ 'ਚ ਹੀ ਜੰਮਿਆ ਪਲਿਆ। ਇੱਕ ਵਾਰ ਤਾਂ ਤੂਫਾਨ ਖੜਾ ਹੋ ਜਾਂਦਾ, ਫਿਰ ਸਭ ਸ਼ਾਂਤ ਹੋ ਜਾਂਦਾ। ਇਹੀ ਤੇਰੇ ਭਰਾ ਤੈਨੂੰ ਮਿਲਣ ਲੱਗ ਪੈਣਗੇ। ਤੂੰ ਡਰ ਨਾ, ਇੱਕ ਵਾਰੀ ਦਿਲ ਕੱਢ, ਬਾਕੀ ਸਭ ਮੈਂ ਆਪ ਕਰੂੰ। ਹਾਂ ਹਾਂ ਕਹਿ ਦੇ ਬਸ। ਪਹਿਲਾਂ ਮੈਂ ਆਪ ਹੀ ਨਹੀਂ ਚਾਹੁੰਦੀ, ਹੁਣ ਤਾਂ ਆਪਾਂ ਭਾਵੁਕ ਹੋ ਕੇ ਕਰ ਲਾਂਗੇ। ਵਿਆਹ ਪਿੱਛੋਂ ਬੜੀਆਂ ਪ੍ਰੋਬਲਮ ਖੜੀਆਂ ਹੋ ਜਾਣਗੀਆਂ। ਮੇਰਾ ਸਮਾਜ ਹੋਰ ਹੈ, ਤੇਰਾ ਸਮਾਜ ਹੋਰ ਹੈ। ਅੱਗੇ ਬੱਚੇ ਵੀ ਹੋਣਗੇ, ਉਹਨਾਂ ਦਾ ਕੀ ਬਣੂ? ਨਾ ਇਹ ਜੱਟ ਨਾ ਕੁਮਾਰ, ਨਾ ਉਹ ਹਿੰਦੂ ਨਾ ਸਿੱਖ। ਤੂੰ ਬਹੁਤ ਪਿੱਛੇ ਖੜੀ ਹੈ। ਖੂਹ 'ਚ ਪੈ ਗਈਆਂ ਤੇਰੀਆਂ 16 ਜਮਾਤਾਂ। ਗੰਦੇ ਨਾਲੇ ਦੇ ਕੰਮ ਵੀ ਨਾ ਆਈਆਂ ਤੇਰੀਆਂ ਕਿਤਾਬਾਂ, ਜਿਹੜੀਆਂ ਪੜ੍ਹਨ ਨੂੰ ਲਿਆ ਦਿੰਦਾ ਸੀ ਤੈਨੂੰ। ਤੂੰ ਖੂਹ ਦਾ ਡੱਡੂ ਹੈ, ਬਾਹਰੀ ਦੁਨੀਆ ਦਾ ਤੈਨੂੰ ਭੋਰਾ ਵੀ ਗਿਆਨ ਨਹੀਂ। ਸਭ ਪਤਾ ਮੈਨੂੰ। ਕੀ ਪਤਾ ਤੈਨੂੰ? ਜੇ ਪਤਾ ਹੈ ਤਾਂ ਹੀ ਤਾਂ ਆਖਦੀ ਹਾਂ ਵੀ ਜਜ਼ਬਾਤੀ ਨਾ ਹੋ। ਆਪਾਂ ਐਵੇਂ ਜਿਵੇਂ ਸੰਬੰਧ ਬਣਾਈ ਰੱਖਾਂਗੇ। ਮੈਂ ਤੈਨੂੰ ਐਵੇਂ ਜਿਵੇਂ ਮਿਲਦੀ ਰਹੂੰਗੀ। ਵਿਆਹ 'ਚ ਕੀ ਪਿਆ? ਵਿਆਹ ਤਾਂ ਜੰਜਾਲ ਹੈ। ਆਪਾਂ ਜੋ ਕੁਛ ਹੁਣ ਕਰ ਰਹੇ ਹਾਂ ਨਾ, ਇਹ ਚੋਰੀ ਹੈ, ਇਹ ਬਦਮਾਸ਼ੀ ਹੈ। ਕਦੇ ਵੀ ਫੜੇ ਜਾਵਾਂਗੇ। ਫੜੇ ਗਏ ਤਾਂ ਕਿਸੇ ਪਾਸੇ ਦੇ ਵੀ ਨਹੀਂ ਰਹਿਣਾ। ਜੇਲਾਂ ਭੁਗਤਦੇ ਫਿਰਾਂਗੇ। ਨੌਕਰੀ ਵੀ ਜਾਊ। ਅਵਾਰਾਗਰਦੀ ਬਹੁਤ ਵੱਡੀ ਗੁਨਾਹ ਹੈ, ਬਹੁਤ ਵੱਡਾ ਗੁਨਾਹ ਹੈ ਤੇ ਗੁਨਾਹ ਦੀ ਸਜ਼ਾ ਮਿਲਦੀ ਹੈ। ਵਿਆਹ ਪਿੱਛੋਂ ਸਮਾਜ ਜਿਹੜੀ ਸਜ਼ਾ ਦਊਗਾ, ਮਾਪੇ ਜਿਹੜੀ ਸਜ਼ਾ ਦੇਣਗੇ, ਉਹ ਕੀ ਘੱਟ ਹੋਊਗੀ ਕਿਤੇ? ਮੇਰੇ 'ਚ ਇੰਨਾ ਹੌਸਲਾ ਨਹੀਂ ਹੈਗਾ। ਮੈਂ ਡਰਪੋਕ ਹਾਂ ਬਸ। ਕਿਵੇਂ? ਸਮਝ ਲੈ, ਮੈਂ ਨਹੀਂ ਕਰਨਾ ਵਿਆਹ ਵਿਊ। ਤੂੰ ਜਾ ਹੁਣ, ਕਿੰਨਾ ਚਿਰ ਹੋ ਗਿਆ ਆਪਾਂ ਨੂੰ ਬੈਠਿਆਂ। ਭਾਬੀਆਂ ਕੀ ਆਖਦੀਆਂ ਹੋਣਗੀਆਂ? ਹਰਜੀਤ ਦੇ ਬੋਲਾਂ 'ਚ ਰੁੱਖਾਪਣ ਸੀ। ਚੰਦਰ ਪ੍ਰਕਾਸ਼ ਇੱਕ ਜਾਨ ਮਾਰੂ ਹੌਕੇ ਦੀ ਘੁੱਟ ਵੱਟ ਕੇ ਖੜਾ ਹੋਇਆ। ਹਰਜੀਤ ਵੱਲ ਝਾਕੇ ਬਗੈਰ ਬੈਠਕ ਤੋਂ ਹੌਲੀ ਹੌਲੀ ਬਾਹਰ ਹੋ ਗਿਆ। ਭਰਜਾਈਆਂ ਇੱਧਰ ਉੱਧਰ ਕੰਮ ਧੰਦਾ ਕਰਦੀਆਂ ਫਿਰਦੀਆਂ ਸੀ। ਉਹ ਉਹਨਾਂ ਵੱਲ ਵੀ ਝਾਕਿਆ ਨਹੀਂ। ਮਾਂ ਪਤਾ ਨਹੀਂ ਕਿੱਥੇ ਸੀ। ਘਰ ਵਿੱਚ ਹੀ ਕਿਧਰੇ ਬੈਠੀ ਹੋਏਗੀ, ਪਰ ਉਹਨੂੰ ਦਿਸੀ ਨਹੀਂ। ਉਹਨੇ ਕਾਹਲ 'ਚ ਆਪਣੇ ਸਕੂਟਰ ਦੀ ਕਿੱਕ ਮਾਰੀ ਤੇ ਪਿਛਾਂਹ ਮੁੜ ਕੇ ਝਾਕਿਆ। ਹਰਜੀਤ ਉਹਨੂੰ ਕਿਧਰੇ ਨਹੀਂ ਦਿਸੀ। ਪਹਿਲਾਂ ਤਾਂ ਉਹਨੂੰ ਘਰੋਂ ਤੋਰ ਕੇ ਅੰਦਰ ਕਮਰੇ 'ਚ ਜਾਂਦੀ ਸੀ। ਉਸ ਦਿਨ ਉਹ ਤੋਂ ਬੈਠਕ ਵਿੱਚੋਂ ਹੀ ਕਿਧਰੇ ਇੱਧਰ ਉੱਧਰ ਗਾਇਬ ਹੋ ਗਈ ਲੱਗਦੀ ਸੀ। ਖੈਰ, ਚੰਦਰ ਪ੍ਰਕਾਸ਼ ਨੂੰ ਉਹਦੀ ਇਸ ਬੇਧਿਆਨੀ ਦਾ ਕੋਈ ਅਫਸੋਸ ਨਹੀਂ ਸੀ। ਅੰਗ 13ਵਾਂ। ਚੰਦਰ ਪ੍ਰਕਾਸ਼ 4 ਦਿਨ ਦਾਤੇਵਾਸ ਸਕੂਲ ਨਹੀਂ ਆਇਆ। ਹੈਡਮਾਸਟਰ ਕੋਲ ਉਹਦੀ ਕੋਈ ਛੁੱਟੀ ਦੀ ਅਰਜ਼ੀ ਵੀ ਨਹੀਂ ਸੀ। ਹੈਡਮਾਸਟਰ ਲਈ ਇਹ ਕੋਈ ਖਾਸ ਗੱਲ ਨਹੀਂ ਸੀ। ਉਹਨੂੰ ਕੋਈ ਫਿਕਰ ਨਹੀਂ ਸੀ। ਉਹ ਪਹਿਲਾਂ ਵੀ ਕਦੇ ਕਦੇ ਇੰਜ ਕਰਦਾ ਹੁੰਦਾ ਸੀ। ਉਹਨੂੰ ਅਚਾਨਕ ਕੋਈ ਜ਼ਰੂਰੀ ਕੰਮ ਹੋ ਜਾਂਦਾ ਤਾਂ ਆ ਕੇ ਅਰਜ਼ੀ ਦੇ ਦਿੰਦਾ ਸੀ। ਹੈਡਮਾਸਟਰ ਨੇ ਸੋਚਿਆ ਐਤਵਾਰ ਨੂੰ ਆਪਣੇ ਪਿੰਡ ਦੌਲਤਪੁਰ ਗਿਆ ਹੋਏਗਾ। ਉੱਥੇ ਜਾ ਕੇ ਕੋਈ ਬਹੁਤ ਜ਼ਰੂਰੀ ਰੁਝੇਵਾਂ ਬਣ ਗਿਆ ਹੋਣਾ, ਇਸੇ ਕਰਕੇ ਸਕੂਲ ਨਹੀਂ ਆ ਰਿਹਾ। ਉਹ ਹੈਡਮਾਸਟਰ ਨੂੰ ਦੱਸਦਾ ਹੁੰਦਾ ਸੀ ਕਿ ਉਹਦੀ ਮਾਂ ਨੂੰ ਦਮੇ ਦੀ ਬਿਮਾਰੀ ਹੈ। ਕਦੇ ਕਦੇ ਤਾਂ ਬਹੁਤ ਬਿਮਾਰ ਹੋ ਜਾਂਦੀ ਹੈ, ਸਾਹ ਰੁਕ ਜਾਂਦਾ, ਹੱਥਾਂ 'ਚ ਹੀ ਆ ਜਾਂਦੀ ਹੈ। ਸ਼ਹਿਰ ਲੈ ਕੇ ਜਾਣਾ ਪੈਂਦਾ। ਉਹ ਮਾਂ ਕਰਕੇ ਬਹੁਤਾ ਪਿੰਡ ਨੂੰ ਜਾਂਦਾ ਹੈ, ਨਹੀਂ ਤਾਂ ਉਹਨੂੰ ਆਪਣੇ ਪਿੰਡ ਜਾਣ ਦੀ ਇੰਨੀ ਕੋਈ ਬਹੁਤੀ ਚੱਸ ਨਹੀਂ। ਪਰ ਹਰਜੀਤ ਤੜਪ ਤੜਪ ਜਾਂਦੀ। ਪਹਿਲਾ ਦਿਨ ਸੋਮਵਾਰ ਦਾ ਤਾਂ ਉਹਨੇ ਸਧਾਰਨ ਜਿਹਾ ਹੀ ਗੁਜ਼ਾਰਿਆ। ਸੋਚਿਆ ਐਤਵਾਰ ਦੀ ਸ਼ਾਮ ਨੂੰ ਉਹ ਦੌਲਤਪੁਰ ਚਲਿਆ ਗਿਆ। ਅਗਲੇ ਦਿਨ ਉਹਨੂੰ ਕੋਈ ਘਰੋਗੀ ਕੰਮ ਹੋਏਗਾ, ਛੁੱਟੀ ਮਾਰ ਲਈ। ਦੂਜੇ ਦਿਨ ਵੀ ਉਹਨੂੰ ਕੋਈ ਖਾਸ ਨਹੀਂ ਗੌਲਿਆ। ਬਹੁਤ ਜ਼ਰੂਰੀ ਕੰਮ ਹੋਏਗਾ, ਤਦ ਹੀ ਤਾਂ 2 ਦਿਨਾਂ ਤੋਂ ਸਕੂਲ ਨਹੀਂ ਆ ਰਿਹਾ। 2 ਦਿਨ ਤਾਂ ਹਰਜੀਤ ਨੂੰ ਕੋਈ ਖਾਸ ਫਿਕਰ ਨਹੀਂ ਸੀ। ਉਹ ਆਮ ਵਾਂਗ ਹੀ ਸਕੂਲ ਆਉਂਦੀ, ਕਲਾਸਾਂ 'ਚ ਪੜ੍ਹਾਉਣ ਲੱਗਦੀ, ਸਟਾਫ 'ਚ ਹੱਸਦੀ ਖੇਡਦੀ ਰਹਿੰਦੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਉਹ ਹੈਡਮਾਸਟਰ ਦੇ ਕਮਰੇ 'ਚ ਜਾ ਕੇ ਬੈਠਦੀ ਤੇ ਆਨੀ ਬਹਾਨੀ
ਪੁੱਛਣ ਦੀ ਕੋਸ਼ਿਸ਼ ਕਰਦੀ ਕਿ ਚੰਦਰ ਪ੍ਰਕਾਸ਼ ਸਕੂਲ ਕਿਉਂ ਨਹੀਂ ਆ ਰਿਹਾ, ਕੋਈ ਛੁੱਟੀ ਦੀ ਅਰਜ਼ੀ ਆਈ ਹੈ। ਹੈਡਮਾਸਟਰ ਨੇ ਗੱਲਾਂ 'ਚ ਸੁਧਾਰ ਨਹੀਂ ਦੱਸਿਆ ਕਿ ਸਾਇੰਸ ਮਾਸਟਰ ਚੰਦਰ ਪ੍ਰਕਾਸ਼ ਕਿਸੇ ਖਾਸ ਵਜ੍ਹਾ ਕਰਕੇ ਹੀ ਨਹੀਂ ਆ ਰਿਹਾ, ਕੋਈ ਜ਼ਰੂਰੀ ਕੰਮ ਹੋ ਗਿਆ ਹੋਣਾ, ਉਹਦੇ ਆਉਣ 'ਤੇ ਹੀ ਪਤਾ ਲੱਗੇਗਾ ਕਿ ਕੀ ਗੱਲ ਹੈ। ਬਾਹਰੋਂ ਤਾਂ ਉਹ ਹੱਸਦੀ ਖੇਡਦੀ ਫਿਰਦੀ, ਉੱਚਾ ਉੱਚਾ ਬੋਲ ਕੇ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ, ਪਰ ਅੰਦਰੋਂ ਦੁਖੀ ਸੀ। ਪਹਿਲਾਂ ਜਦੋਂ ਵੀ ਕਦੇ ਦੌਲਤਪੁਰ ਜਾਂਦਾ ਸੀ ਤਾਂ ਹਰਜੀਤ ਨੂੰ ਦੱਸ ਕੇ ਜਾਂਦਾ। ਹੁਣ ਉਹਨਾਂ ਦੇ ਘਰੋਂ ਐਤਵਾਰ ਨੂੰ ਤੁਰਿਆ ਤੇ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ। ਕੀ ਪਤਾ ਉਹ ਕੀ ਸੋਚ ਗਿਆ, ਉਹਨੇ ਕੀ ਫੈਸਲਾ ਲੈ ਲਿਆ। ਅੰਦਰੋਂ ਬੇਹੱਦ ਚਿੰਤਾ 'ਚ ਸੀ। ਤੀਜੇ ਦਿਨ ਉਹ ਆਪ ਵੀ ਸਕੂਲ ਨਹੀਂ ਗਈ। ਉਹਦਾ ਸਰੀਰ ਟੁੱਟਿਆ ਪਿਆ ਸੀ, ਜਿਵੇਂ ਬੁਖਾਰ ਚੜਿਆ ਹੋਵੇ। ਦੁਪਹਿਰ ਦੀ ਰੋਟੀ ਨਹੀਂ ਖਾਧੀ, ਇੱਕ ਘੁੱਟ ਚਾਹ ਦੀ ਪੀਤੀ ਤੇ ਰਜਾਈ ਲੈ ਕੇ ਸੁੱਤੀ ਪਈ ਰਹੀ। ਉਹਨੂੰ ਸੁੱਤੀ ਪਈ ਨੂੰ ਅਜੀਬ ਸੁਪਨੇ ਆਏ। ਇੱਕ ਸੁਪਨਾ ਇਹ ਵੀ ਆਇਆ ਜਿਵੇਂ ਚੰਦਰ ਪ੍ਰਕਾਸ਼ ਇਸ ਦੁਨੀਆ 'ਚ ਨਹੀਂ ਹੈ, ਪਤਾ ਨਹੀਂ ਕਿੱਧਰ ਗੁੰਮ ਹੋ ਗਿਆ। ਉਹ ਉਹਨੂੰ ਜੰਗਲਾਂ 'ਚ ਲੱਭਦੀ ਫਿਰਦੀ ਹੈ, ਉਹਦੀ ਦੇਹ ਭੁਰ ਜਾਂਦੀ, ਟੁੱਟ ਜਾਂਦੀ। ਪਤਾ ਨਹੀਂ ਚੰਦਰਾ ਕਿੰਨਾ ਬੁਰਾ ਮੰਨ ਗਿਆ। ਇੱਕ ਬਿੰਦ ਉਹ ਆਪਣੇ ਆਪ ਨੂੰ ਹੀ ਬੁਰਾ ਮੰਨਣ ਲੱਗ ਗਈ। ਉਹਨੇ ਉਹਦੇ ਨਾਲ ਇੰਨੀਆਂ ਸਪਸ਼ਟ ਗੱਲਾਂ ਨਹੀਂ ਕਰਨੀਆਂ ਸਨ। ਉਹ ਸ਼ਿੱਦਤ ਨਾਲ ਸੋਚਦੀ, ਮੇਰੇ ਬਗੈਰ ਉਹਦਾ ਇਸ ਸੰਸਾਰ 'ਚ ਹੈ ਕੌਣ। ਉਹਨੇ ਬੁਰਾ ਕੀਤਾ ਜੋ ਇੰਨਾ ਉਹਨੂੰ ਦੂਰ ਕਰ ਦਿੱਤਾ। ਉਹ ਚੌਥੇ ਦਿਨ ਵੀਰਵਾਰ ਨੂੰ ਸਕੂਲ ਗਈ। ਉਹਦਾ ਬੁਰਾ ਹਾਲ ਸੀ। ਉਸ ਦਿਨ ਨਾ ਉਹ ਨਹਾਤੀ ਸੀ, ਨਾ ਨਵੇਂ ਧੋਤੇ ਕੱਪੜੇ ਬਦਲੇ। ਭਰਜਾਈਆਂ ਨੇ ਉਹਦਾ ਟਿਫਨ ਤਿਆਰ ਕੀਤਾ ਤੇ ਉਹ ਟਿਫਨ ਚੱਕ ਕੇ ਉਵੇਂ ਦੀ ਉਵੇਂ ਕਮਲੀ ਜੀ ਬਣੀ ਸਕੂਲ ਪਹੁੰਚ ਗਈ। ਬਸ ਤੁਰਨ ਤੋਂ ਪਹਿਲਾਂ ਦੰਦਾਂ ਨੂੰ ਬਰੱਸ਼ ਕੀਤਾ ਤੇ ਸਿਰ ਦੇ ਵਾਲ ਸਿੱਧੇ ਜਿਹੇ ਵਾਹ ਲਏ। ਗੁੱਤ ਨੂੰ 2 ਗੇੜੇ ਦੇ ਕੇ ਲਾਲ ਰਿਬਨ ਬੰਨ੍ਹ ਲਿਆ। ਸਟਾਫ ਦੀਆਂ ਦੂਜੀਆਂ ਅਧਿਆਪਕਾਵਾਂ ਉਹਦੇ ਚਿਹਰੇ ਵੱਲ ਝਾਕਦੀਆਂ ਤੇ ਉਹਦੇ ਕੱਪੜਿਆਂ ਦੇ ਪਹਿਰਾਵੇ ਨੂੰ ਵੇਖਦੀਆਂ ਤਾਂ ਹੈਰਾਨ। ਇਹ ਕੀ ਹਾਲ ਬਣਾਇਆ ਹਰਜੀਤ ਨੇ, ਜ਼ਰੂਰ ਕੋਈ ਦੁਰਘਟਨਾ ਇਹਦੇ ਨਾਲ ਵਾਪਰ ਗਈ ਹੈ, ਨਹੀਂ ਤਾਂ ਇਹ ਸਕੂਲ ਕਿੰਨਾ ਬਣ ਠਣ ਕੇ ਨਿੱਤ ਆਉਂਦੀ ਹੈ। ਸਕੂਲ ਦੀ ਬੁੱਢੀ ਚਪੜਾਸਨ ਨੇ ਪੁੱਛਿਆ ਤਾਂ ਹਰਜੀਤ ਨੇ ਜਵਾਬ ਦਿੱਤਾ ਸੀ, ਕੱਲ ਬੁਖਾਰ ਸੀ, ਅੱਜ ਤਿਆਰ ਨਹੀਂ ਹੋਇਆ ਗਿਆ, ਸਕੂਲ ਆ ਗਈ। ਮੈਂ ਕਿਹਾ ਘਰ ਬੈਠ ਕੇ ਵੀ ਕੀ ਕਰੂੰਗੀ। ਹੈਡਮਾਸਟਰ ਦੇ ਕਮਰੇ ਵਿੱਚ, ਇੱਧਰ ਉੱਧਰ ਕਿਸੇ ਕਲਾਸ ਵਿੱਚ ਤੇ ਸਟਾਫ ਰੂਮ 'ਚ ਬੈਠਾ ਜਾਂ ਬਾਹਰ ਕਿਧਰੇ ਸਕੂਲ ਅਧਿਆਪਕ ਨਾਲ ਗੱਲਾਂ ਕਰਦਾ ਚੰਦਰ ਪ੍ਰਕਾਸ਼ ਕਿਤੇ ਵੀ ਨਹੀਂ ਸੀ। ਉਹਨੇ ਸਵੇਰੇ ਸਕੂਲ ਆ ਕੇ ਜਦੋਂ ਹੈਡਮਾਸਟਰ ਦੇ ਕਮਰੇ 'ਚ ਹਾਜ਼ਰੀ ਰਜਿਸਟਰ ਦੇਖਿਆ ਤਾਂ ਆਪਣੀ ਹਾਜ਼ਰੀ ਲਾਉਣ ਤੋਂ ਪਹਿਲਾਂ ਚੰਦਰ ਪ੍ਰਕਾਸ਼ ਦੇ ਖਾਨੇ ਨੂੰ ਖੜੀ ਦੇਖਦੀ ਰਹੀ। 4 ਦਿਨਾਂ ਤੋਂ ਉਹਦਾ ਖਾਨਾ ਖਾਲੀ ਪਿਆ ਸੀ। ਉਹਦੇ ਖਾਨੇ 'ਚ ਛੁੱਟੀ ਵੀ ਨਹੀਂ ਭਰੀ ਹੋਈ ਸੀ। ਕਿੱਧਰ ਗਿਆ ਚੰਦਰ ਪ੍ਰਕਾਸ਼, ਜਿਵੇਂ ਉਹਦਾ ਆਪਣਾ ਹੀ ਵਜੂਦ ਗੁੰਮ ਗਿਆ ਹੋਵੇ। ਉਹ ਸਕੂਲ 'ਚ ਸਾਰਾ ਦਿਨ ਉਖੜੀ ਰਹੀ, ਨਾ ਕਿਸੇ ਸਟਾਫ ਮੈਂਬਰ ਨਾਲ ਸਵਾਰ ਕੇ ਗੱਲ ਕਰਦੀ, ਨਾ ਹੀ ਕਲਾਸਾਂ 'ਚ ਜਾ ਕੇ ਪੜ੍ਹਾਉਂਦੀ, ਜਮਾਤ 'ਚ ਬੈਠੀ ਰਹਿੰਦੀ। ਉਹਨੂੰ ਬਹੁਤਾ ਹੀ ਚੁੱਪ ਜਿਹਾ ਵੇਖ ਕੇ ਬੱਚੇ ਰੌਲਾ ਵੀ ਨਹੀਂ ਪਾਉਂਦੇ ਸੀ। ਕੰਨਾਂ 'ਚ ਹੀ ਗੱਲ ਕਰਦੇ, ਘੰਟੀ ਵੱਜਦੀ, ਉਹ ਕਲਾਸ 'ਚੋਂ ਮੁਰਦਾ ਜਿਹਾ ਉੱਠ ਕੇ ਅਗਲੇ ਪੀਰੀਅਡ 'ਚ ਚਲੀ ਜਾਂਦੀ। ਉਸ ਦਿਨ ਉਹਨੇ ਆਪਣਾ ਟਿਫਨ ਵੀ ਨਹੀਂ ਖੋਲ੍ਹਿਆ। ਸਾਥੀ ਅਧਿਆਪਕਾਵਾਂ ਨੇ ਪੁੱਛਿਆ ਤਾਂ ਕਹਿਣ ਲੱਗੀ, ਬੁਖਾਰ ਕਰਕੇ ਮੇਰਾ ਚਿੱਤ ਨਹੀਂ ਕਰਦਾ ਖਾਣ ਨੂੰ, ਦਿਲ ਭਰਿਆ ਹੈ। ਮੇਰਾ ਟਿਫਨ ਤੁਸੀਂ ਲੈ ਲਓ, ਜੋ ਲੋੜ ਹੈ ਤਾਂ ਮੈਨੂੰ ਤਾਂ ਇਹ ਨਹੀਂ ਪਤਾ ਕਿ ਇਹਦੇ 'ਚ ਹੈ ਕੀ। ਅਗਲੇ ਦਿਨ ਸ਼ੁੱਕਰਵਾਰ ਨੂੰ ਚੰਦਰ ਪ੍ਰਕਾਸ਼ ਆਇਆ ਸੀ। ਹਰਜੀਤ ਨੇ ਜਿਵੇਂ ਉਹਨੂੰ ਮਸਾਂ ਦੇਖਿਆ ਹੋਵੇ। ਸਵੇਰੇ ਹਾਜ਼ਰੀ ਲਾਉਣ ਤੋਂ ਬਾਅਦ ਉਹ ਭੱਜ ਕੇ ਉਹਦੇ ਕੋਲ ਗਈ ਤੇ ਪੁੱਛਿਆ, ਕਿੱਥੇ ਰਿਹਾ ਤੂੰ ਚੰਦਰ ਪ੍ਰਕਾਸ਼? ਤੇਰੀ ਤਬੀਅਤ ਤਾਂ ਠੀਕ ਹੈ, ਇੰਨੇ ਦਿਨ ਸਕੂਲ ਕਿਉਂ ਨਹੀਂ ਆਇਆ? ਪਿੰਡ ਹੀ ਸੀ? ਉਹ ਸਵਾਲ ਤੇ ਸਵਾਲ ਪੁੱਛੀ ਜਾ ਰਹੀ ਸੀ, ਜਿਵੇਂ ਕੁਝ ਵੀ ਸੁਣਨਾ ਨਾ ਚਾਹੁੰਦੀ ਹੋਵੇ, ਸਿਰਫ ਪੁੱਛਣਾ ਚਾਹੁੰਦੀ ਹੋਵੇ। ਚੰਦਰ ਪ੍ਰਕਾਸ਼ ਨੇ ਉਹਦੇ ਲਿਬਾਸ ਵੱਲ ਦੇਖਿਆ। ਉਹ ਕੱਲ ਵਾਂਗ ਹੀ ਰਲੀ ਖੁਲੀ ਜੀ ਸੀ, ਜਿਵੇਂ ਉਹਦਾ ਬਈ ਕੋਈ ਮਰ ਗਿਆ ਹੋਵੇ। ਬੋਲਿਆ, ਮੈਂ ਹੋਰ ਕਿੱਥੇ ਜਾਣਾ ਸੀ, ਪਿੰਡ ਸੀ। ਮਾਂ ਨੂੰ ਦਮੇ ਦਾ ਸਖਤ ਦੌਰਾ ਪਿਆ, ਮੈਂ ਉੱਥੇ ਹੀ ਉਲਝਿਆ ਰਿਹਾ। ਨਾੜ 'ਚ ਟੀਕੇ ਲੱਗਦੇ ਸੀ, ਬਸ ਬਚ ਗਈ ਮਾਂ, ਨਹੀਂ ਤਾਂ ਨਿਕਲ ਗਈ ਸੀ ਹੱਥ 'ਚੋਂ। ਆਖਦੀ ਸੀ, ਜਿੰਨਾ ਚਿਰ ਮੈਂ ਠੀਕ ਨਹੀਂ ਹੋ ਜਾਂਦੀ ਤੂੰ ਜਾ ਨਾ। ਬਸ ਇਸੇ ਕਰਕੇ ਪਿੰਡ ਬੈਠਾ ਰਿਹਾ। ਉਲਟਾ ਕੇ ਪੁੱਛਣ ਲੱਗਿਆ, ਹਰਜੀਤ ਤੈਨੂੰ ਮੇਰਾ ਇੰਨਾ ਫਿਕਰ ਕਾਹਤੋਂ ਹੋ ਗਿਆ? ਮੈਂ ਤਾਂ ਘੁਮਾਰ ਹਾਂ, ਤੂੰ ਜੱਟ ਸਰਦਾਰਾਂ ਦੀ ਕੁੜੀ। ਤੁਸੀਂ ਤਾਂ ਬਹੁਤ ਉੱਚੇ ਲੋਕ ਹੋ, ਮੈਂ ਯੂਪੀ ਦਾ ਭਈਆ। ਤੇਰੇ ਕੀ ਯਾਦ ਆ ਮੈਂ? ਚੰਦਰ ਪ੍ਰਕਾਸ਼ ਅੱਖਾਂ ਭਰੀ ਖੜਾ ਸੀ। ਹਰਜੀਤ ਬੋਲੀ, ਚੰਗਾ ਫੇਰ ਗੱਲ ਕਰਾਂਗੇ। ਮੈਂ ਤੈਨੂੰ ਸ਼ਾਇਦ ਚੰਗੀ ਤਰ੍ਹਾਂ ਸਮਝਾ ਨਹੀਂ ਸਕੀ। ਜਿਵੇਂ ਦੰਦ ਚੱਬ ਕੇ ਆਖਿਆ ਹੋਵੇ, ਤੂੰ ਟੱਚੀ ਬਹੁਤ ਹੈ। ਮੈਂ ਟੱਚੀ ਨਹੀਂ, ਤੂੰ ਟੱਚੀ ਹੈ। ਜਦੋਂ ਉੱਠ ਕੇ ਮੇਰੇ ਨਾਲ ਰੋਹੀ ਬਾਨਾ ਮੈਨੂੰ ਤੁਰ ਪੈਂਦੀ ਹੈ, ਉਦੋਂ ਤੈਨੂੰ ਮੇਰਾ ਜੱਟ ਯਾਦ ਨਹੀਂ ਸੀ? ਉਦੋਂ ਕੀ ਸਮਝਦੀ ਰਹੀ ਹੈ ਤੂੰ ਮੈਨੂੰ? ਮੈਂ ਕੁਛ ਵੀ ਹਾਂ, ਤੇਰੇ ਹਾਣ ਦਾ ਤਾਂ ਹਾਂ। ਮੈਂ ਕੋਈ ਵੀ ਹਾਂ, ਤੇਰਾ ਤਾਂ ਹਾਂ। ਇੰਨੇ ਸਾਲ ਮੈਂ ਬਰਬਾਦ ਕਰਤੇ ਤੇਰੀ ਖਾਤਰ। ਕੀ ਮੈਨੂੰ ਤੇਰੇ ਸਰੀਰ ਦੀ ਲੋੜ ਸੀ? ਮੈਨੂੰ ਤਾਂ ਤੇਰੇ ਸਾਥ ਦੀ ਲੋੜ ਹੈ। ਹਰਜੀਤ ਤੂੰ ਤੀਵੀਂ ਨਹੀਂ, ਰਾਖਸ਼ਣੀ ਹੈ। ਇੰਨੇ ਸਾਲ ਮੈਨੂੰ ਖਾਂਦੀ ਰਹੀ ਹੈ,
ਮੈਂ ਤੇਰੇ ਨਾਲ ਇੱਕ ਹੋ ਜਾਣਾ ਚਾਹਿਆ ਤਾਂ ਤੈਨੂੰ ਮੈਂ ਭਈਆ ਲੱਗਿਆ, ਆਪ ਜੱਟ ਬਣ ਬੈਠੀ। ਉਸੇ ਦਿਨ ਚੰਦਰ ਪ੍ਰਕਾਸ਼ ਨੇ ਨਵਾਂ ਧੋਤਾ ਬਿਸਕੁਟੀ ਰੰਗ ਦਾ ਕੋਟ ਪੈਂਟ ਪਹਿਨਿਆ ਹੋਇਆ ਸੀ। ਪੈਰਾਂ 'ਚ ਕਾਲੇ ਚਮਕਦਾਰ ਬੂਟ ਸਨ। ਗਲ ਨੂੰ ਲਾਲ ਰੰਗ ਦੀ ਟਾਈ ਬੰਨ੍ਹੀ ਸੀ। ਸਿਰ 'ਤੇ ਨੋਕਦਾਰ ਘਿਓ ਕਪੂਰੀ ਪੱਗ ਬੰਨ੍ਹ ਰੱਖੀ ਸੀ। ਨਿੱਕੀ ਨਿੱਕੀ ਦਾੜ੍ਹੀ ਤੇ ਮੁੱਛਾਂ ਦੇ ਸਿਰਿਆਂ ਨੂੰ ਮਰੋੜ ਦਿੱਤੇ ਹੋਏ ਸਨ। ਉਹ ਦਾੜ੍ਹੀ ਮੁੱਛਾਂ ਛਾਂਟ ਕੇ ਰੱਖਦਾ। ਉਹਦਾ ਨਿੱਕਾ ਤਿੱਖਾ ਤੇ ਅੱਖਾਂ ਗੋਲ ਸਨ, ਗੋਲ ਵੀ ਇੰਝ ਜਿਵੇਂ ਬਦਾਮਾਂ ਦੀਆਂ ਗਿਰੀਆਂ ਹੋਣ। ਉਹਦੀਆਂ ਅੱਖਾਂ ਦਾ ਰੰਗ ਉਸੇ ਦਿਨ ਬੇਪਛਾਣ ਸੀ। ਇਹਨਾਂ ਵਿੱਚ ਗੁੱਸਾ ਵੀ ਸੀ, ਉਦਾਸੀ ਦਾ ਰੰਗ ਵੀ। ਪਤਾ ਨਹੀਂ ਉਹਦੀਆਂ ਅੱਖਾਂ ਦਾ ਰੰਗ ਕੀ ਸੀ। ਕਿਵੇਂ ਵੀ ਹਰਜੀਤ ਨੂੰ ਉਹਦੀਆਂ ਅੱਖਾਂ ਤੋਂ ਡਰ ਲੱਗਦਾ ਸੀ। ਉਹਦੀ ਝਾਕਣੀ ਸਾਹਮਣੇ ਜਿਵੇਂ ਉਹ ਖੜ ਨਹੀਂ ਸਕਦੀ ਸੀ। ਉਸ ਸਮੇਂ ਜਦੋਂ ਇੰਨਾ ਬਦਹਵਾਸ ਜਿਹਾ ਹੋ ਕੇ ਬੋਲ ਰਿਹਾ ਸੀ, ਲੱਗਦਾ ਸੀ ਕਿ ਉਹਦੀ ਝਾਕਣੀ ਬੰਦੇ ਨੂੰ ਭਸਮ ਕਰ ਸਕਦੀ ਹੈ। ਚੰਦਰ ਪ੍ਰਕਾਸ਼ ਦੇ ਗੁੱਸੇ ਸਾਹਮਣੇ ਹਰਜੀਤ ਦਾ ਵਜੂਦ ਪਾਰਾ ਪਾਰਾ ਹੋ ਗਿਆ। ਉਹਦੀਆਂ ਤਿੱਖੀਆਂ ਗੱਲਾਂ ਨੇ ਉਹਨੂੰ ਲਾਜਵਾਬ ਕਰ ਦਿੱਤਾ ਸੀ। ਸਕੂਲ 'ਚ ਸਾਰਾ ਸਮਾਂ ਮੁੜ ਕੇ ਦੋਨਾਂ 'ਚ ਕੋਈ ਗੱਲ ਨਹੀਂ ਹੋਈ। ਛੁੱਟੀ ਹੋਈ ਤੇ ਸਭ ਆਪੋ ਆਪਣੇ ਰਾਹ ਲੱਗੇ। ਉਸ ਦਿਨ ਬੁੱਢਲਾਡੇ ਨੂੰ ਜਾਂਦੇ ਉਹ ਦੋਵੇਂ ਬਦਲਵੀਆਂ ਬੱਸਾਂ 'ਚ ਬੈਠੇ ਸਨ। ਅਗਲੇ ਦਿਨ ਸ਼ਨਿਚਰਵਾਰ ਨੂੰ ਹਰਜੀਤ ਸਕੂਲ ਨਹੀਂ ਗਈ। ਚੰਦਰ ਪ੍ਰਕਾਸ਼ ਗਿਆ ਸੀ, ਪਰ ਉਹਨੂੰ ਸਕੂਲ ਆਈ ਨਾ ਦੇਖ ਕੇ ਉਖੜ ਜਾ ਰਿਹਾ ਸੀ। ਸੋਚਦਾ ਉਹਨੂੰ ਕੁਝ ਵੱਧ ਹੀ ਝਿੜਕਿਆ ਗਿਆ। ਬਹੁਤ ਜ਼ਿਆਦਾ ਗੁੱਸਾ ਮਨਾ ਗਈ ਹੋਏਗੀ। ਕਦੇ ਸੋਚਦਾ ਉਹ ਕੀ ਕਰੇ। ਉਹਦੀ ਇਹ ਸਖਤ ਮਜਬੂਰੀ ਹੈ। ਕਦੇ ਸ਼ਿੱਦਤ ਨਾਲ ਨਿਰਣਾ ਕਰਦਾ। ਉਹਦੀ ਮਜਬੂਰੀ ਨੂੰ ਉਹ ਕੀ ਕਰੇ। ਉਹਦਾ ਆਪਣਾ ਆਪ ਵੀ ਤਾਂ ਕੋਈ ਫੈਸਲਾ ਕਰੇ। ਹਰਜੀਤ ਪਿੱਛੇ ਉਹਨੇ ਕਿੰਨੇ ਵਰ੍ਹੇ ਬਰਬਾਦ ਕਰਤੇ। ਉਹਨੇ ਸ਼ਾਦੀ ਤੱਕ ਨਹੀਂ ਪਹੁੰਚਣਾ ਸੀ ਤਾਂ ਵਾਧੂ ਤਾਂ ਮੈਨੂੰ ਭੋਗਦੀ ਕਿਉਂ ਰਹੀ। ਮੈਂ ਕੋਈ ਹੋਰ ਠਿਕਾਣਾ ਕਰ ਲੈਂਦਾ। ਹਰਜੀਤ ਨੇ ਤਾਂ ਮੇਰੇ ਸੁਪਨੇ ਗੋਬਰ ਕਰ ਦਿੱਤੇ। ਪਰ ਆਖਰ ਉਹਦੀ ਅੱਧੀ ਛੁੱਟੀ ਤੋਂ ਬਾਅਦ ਸ਼ਾਂਤ ਮਨ ਨਾਲ ਆਪਣੇ ਆਪ ਨੂੰ ਸਮਝਾਇਆ ਕਿ ਜਦੋਂ ਉਹਨਾਂ ਦੇ ਸਬੰਧ ਬਣੇ ਉਦੋਂ ਕਦੋਂ ਇੱਕ ਦੂਜੇ ਨੂੰ ਵਿਆਹ ਬਾਰੇ ਸੋਚਿਆ ਸੀ। ਉਦੋਂ ਤਾਂ ਅਸੀਂ ਇੱਕ ਦੂਜੇ ਨੂੰ ਇਉਂ ਚੁੱਪ-ਚਾਪ ਮਿਲੇ ਸੀ। ਇੱਕ ਦੂਜੇ 'ਚ ਇਉਂ ਭੇਦ ਹੋ ਗਏ ਸੀ ਜਿਵੇਂ ਪਾਣੀ 'ਚ ਪਾਣੀ ਮਿਲਦਾ ਹੋਵੇ। ਜਿਉਂ-ਜਿਉਂ ਸਾਰੀ ਛੁੱਟੀ ਦਾ ਵੇਲਾ ਨੇੜੇ ਆਉਂਦਾ ਗਿਆ, ਉਹ ਕੁਝ ਨਾਰਮਲ ਹੋਣ ਲੱਗਿਆ। ਉਹ ਸੋਚਣ ਲੱਗਿਆ ਵਿਆਹ ਦੀ ਕਹਾਣੀ ਛੱਡ ਕੇ ਉਹ ਐਵੇਂ ਕਾਹਲਾ ਪੈ ਗਿਆ। ਇਹ ਕੀ ਘੱਟ ਹੈ ਕਿ ਉਹ ਜਦੋਂ ਮੈਂ ਚਾਹਾਂ ਸਕੂਲੋਂ ਛੁੱਟੀ ਲੈਂਦੀ ਹੈ ਤੇ ਉੱਠ ਕੇ ਨਾਲ ਤੁਰ ਪੈਂਦੀ ਹੈ। ਉਹਦਾ ਸਰੀਰ ਮੇਰਾ ਹੈ। ਇਹ ਸਾਰੀ ਦੀ ਸਾਰੀ ਮੇਰੀ ਹੈ। ਪਿਆਰ ਦੀ ਆਖਰੀ ਮੰਜ਼ਿਲ ਵਿਆਹ ਤਾਂ ਨਹੀਂ। ਉਹਨੂੰ ਇਹ ਵੀ ਮਹਿਸੂਸ ਹੋਣ ਲੱਗਿਆ ਕਿ ਉਹ ਖੁਦਗਰਜ਼ ਹੈ, ਲਾਲਚੀ ਹੈ। ਉਹ ਹਰਜੀਤ ਨੂੰ ਹੜੱਪ ਕਰ ਜਾਣਾ ਚਾਹੁੰਦਾ ਹੈ। ਉਹ ਕਾਹਲ ਕਰ ਗਿਆ। ਇੱਥੋਂ ਤੱਕ ਉਹਨੂੰ ਅਜੇ ਪਹੁੰਚਣਾ ਨਹੀਂ ਚਾਹੀਦਾ ਸੀ। ਅਗਲੇ ਸੋਮਵਾਰ ਉਹ ਦੋਵੇਂ ਸਕੂਲ ਆਏ ਸਨ। ਹਰਜੀਤ ਜਿਵੇਂ ਕੋਈ ਹੋਰ ਕੁੜੀ ਲੱਗਦੀ ਹੋਵੇ। ਉਹਨੇ ਸਾਫ਼ ਧੋਤਾ, ਪ੍ਰੈਸ ਕੀਤਾ, ਨਸਵਾਰੀ ਰੰਗ ਦਾ ਗਰਮ ਸੂਟ ਪਹਿਨਿਆ ਸੀ। ਉਸੇ ਰੰਗ ਦੀਆਂ ਬਟਨਾਂ ਵਾਲੇ ਕਾਰਡੀਅਨ, ਹੱਥਾਂ ਵਿੱਚ ਸੋਨੇ ਦੀਆਂ 2-2 ਚੂੜੀਆਂ, ਖੱਬੀ ਕਲਾਈ ਨੂੰ ਲਾਲ ਖੰਮਣੀ ਬੰਨ੍ਹੀ ਸੀ। ਇਸੇ ਹੱਥ ਦੀ ਉਂਗਲ 'ਚ ਭਰਿੰਡ ਰੰਗੀ ਲਾਲ ਨਗ ਜੜੀ ਛਾਪ ਸੀ। ਉਹਦੇ ਸਿਰ ਤੋਂ ਲੰਮੀ ਗੁੱਤ ਨਾਗਣ ਵਾਂਗ ਮੇਲ ਪਿੱਠ ਤੇ ਡਿੱਗਦੀ। ਕੰਨਾਂ 'ਚ ਅਸਲੀ ਸੋਨੇ ਦੇ ਏਅਰ ਰਿੰਗ ਜਦੋਂ ਗੱਲ ਕਰਨ ਵੇਲੇ ਇੱਧਰ ਉੱਧਰ ਹਿਲਦੇ ਤਾਂ ਜਿਵੇਂ ਸਾਰੀ ਕਾਇਨਾਤ ਡੋਲ ਜਾਂਦੀ ਹੋਵੇ। ਸਾਰੇ ਸਕੂਲ ਦੀ ਨਿਗਾਹ ਹਰਜੀਤ ਵੱਲ ਸੀ। ਕੀ ਮੁੰਡੇ ਕੁੜੀਆਂ, ਕੀ ਅਧਿਆਪਕਾਵਾਂ, ਸਾਰੇ ਉਸੇ ਵੱਲ ਝਾਕੀ ਜਾ ਰਹੇ ਸੀ। ਸਭ ਇਹੀ ਸੋਚਦੇ ਹੋਣਗੇ ਕਿ ਉਹ ਅੱਜ ਇੰਨੀ ਨਿੱਖਰ ਕੇ ਕਿਉਂ ਆਈ। ਉਹ ਆਪਣੀ ਕੱਲ੍ਹ ਵਿੱਚ ਮਿਲੇ ਤਾਂ ਹਰਜੀਤ ਕਹਿਣ ਲੱਗੀ, ਚੰਦਰ ਪ੍ਰਕਾਸ਼, ਤੈਨੂੰ ਇੱਕ ਗੱਲ ਦੱਸਾਂ। ਸੁਣ ਕੇ ਤੈਨੂੰ ਖੁਸ਼ ਹੋਣਾ ਚਾਹੀਦਾ ਹੈ। ਤੂੰ ਮੇਰੇ ਹੱਕ 'ਚ ਹੀ ਕੋਈ ਫੈਸਲਾ ਕੀਤਾ ਹੋਏਗਾ। ਉਹਦੀਆਂ ਅੱਖਾਂ 'ਚ ਉਤਸੁਕਤਾ ਭਰਪੂਰ ਤਿੱਖੀ ਚਮਕ ਸੀ। ਨਹੀਂ, ਦੋਵਾਂ ਦੇ ਹੱਕ ਵਿੱਚ ਹੈ। ਕਿਵੇਂ? ਮੈਂ ਤੈਨੂੰ ਹਮੇਸ਼ਾ ਮਿਲਦੀ ਰਹੂੰਗੀ। ਮੇਰਾ ਸਰੀਰ ਹੀ ਤੇਰਾ ਨਹੀਂ, ਮੇਰੀ ਆਤਮਾ ਵੀ ਤੇਰੀ ਹੈ। ਚੰਦਰ ਪ੍ਰਕਾਸ਼, ਮੈਂ ਤੇਰੇ 'ਚ ਸਮਾ ਚੁੱਕੀ ਹਾਂ। ਕਹਾਣੀਆਂ ਨਾ ਪਾ ਐਵੇਂ, ਸਿੱਧੀ ਗੱਲ ਕਰ, ਕੀ ਕਹਿਣਾ ਚਾਹੁੰਦੀ ਹਾਂ। ਮੇਰਾ ਰਿਸ਼ਤਾ ਪੱਕਾ ਹੋ ਗਿਆ। ਕੱਲ੍ਹ ਐਤਵਾਰ ਨੂੰ ਸ਼ਗਨ ਕਰ ਗਏ ਉਹ। ਚੰਦਰ ਪ੍ਰਕਾਸ਼ ਦੀਆਂ ਅੱਖਾਂ 'ਚ ਜਿਵੇਂ ਦਰਿਆ ਉਤਰ ਆਇਆ, ਪਰ ਉਹਨੇ ਇਹ ਦਰਿਆ ਨਾਲ ਦੀ ਨਾਲ ਪੀ ਲਿਆ। ਇੱਕ ਹਿੰਜ ਵੀ ਧਰਤੀ ਉੱਤੇ ਨਹੀਂ ਡਿੱਗਣ ਦਿੱਤੀ। ਖਾਲੀ ਅੱਖਾਂ ਹਰਜੀਤ ਦੇ ਚਿਹਰੇ ਨੂੰ ਦੇਖ ਰਹੀਆਂ ਸਨ। ਮੁਸਕਰਾ ਰਹੀ ਸੀ। ਚੰਦਰ ਪ੍ਰਕਾਸ਼ ਨੂੰ ਹਰਜੀਤ ਦੀ ਇਹ ਮੁਸਕਰਾਹਟ ਬਹੁਤ ਝੂਠੀ ਲੱਗੀ। ਉਹਦੀ ਮੁਸਕਾਨ 'ਚ ਮੱਚਦੇ ਬੁਝਦੇ ਚੰਗਿਆੜੇ ਸਨ। ਤਿੜ ਛੂੰ ਉਹ ਪਤਾ ਨਹੀਂ ਕੀ ਬੋਲੀ ਜਾ ਰਹੀ ਸੀ। ਚੰਦਰ ਪ੍ਰਕਾਸ਼ ਤਾਂ ਸੁੰਨ ਮਿੱਟੀ ਬਣ ਕੇ ਖੜਾ ਸੀ। ਉਹ ਤੋਂ ਖੜਾ ਵੀ ਨਹੀਂ ਗਿਆ। ਨੇੜੇ ਪਈ ਇੱਕ ਕੁਰਸੀ ਖਿੱਚ ਕੇ ਬੈਠ ਗਿਆ। ਨੀਵੀਂ ਪਾ ਕੇ ਅੱਖਾਂ ਮੀਟ ਲਈਆਂ। ਉਹਦੇ ਹੱਥ ਦੀਆਂ 2 ਉਂਗਲਾਂ ਤੇ ਅੰਗੂਠੇ ਨੇ ਉਹਦੇ ਮੱਥੇ ਨੂੰ ਘੁੱਟਿਆ ਹੋਇਆ ਸੀ। ਅਗਲੇ ਪੀਰੀਅਡ ਦੀ ਘੰਟੀ ਵੱਜੀ ਸੀ। ਹਰਜੀਤ ਤਾਂ ਉੱਥੇ ਨਹੀਂ ਸੀ। ਧੰਨਵਾਦ।